ਪਰਮ ਪਿਤਾ ਪਰਮਾਤਮਾ ਸਾਵਣ ਕਿਰਪਾਲ ਦੇ ਚਰਨਾਂ ਦੇ ਵਿੱਚ ਨਮਸਕਾਰ ਹੈ, ਜਿਨ੍ਹਾਂ ਨੇ ਗਰੀਬ ਆਤਮਾ ਤੇ ਰਹਿਮ ਕੀਤਾ, ਦਇਆ ਕੀਤੀ, ਇਸ ਤਪਦੀ ਆਤਮਾ ਤੇ ਨਾਮ ਦੇ ਛਿੱਟੇ ਮਾਰ ਕੇ ਸ਼ਾਂਤੀ ਬਖਸ਼ੀ। ਉਹ ਸ਼ਾਂਤੀ ਜਿਹੜੀ ਅਸੀਂ ਮੁੱਲ ਨੂੰ ਖਰੀਦ ਨਹੀਂ ਸਕਦੇ, ਖੇਤਾਂ 'ਚ ਉਗਾ ਨਹੀਂ ਸਕਦੇਗੇ। ਹੋਰ ਕੋਈ ਐਸਾ ਤਰੀਕਾ ਨਹੀਂ ਕਿ ਅਸੀਂ ਉਹਨੂੰ ਪੈਸੇ ਨਹੀਂ ਖਰੀਦ ਲਈਏ, ਹਕੂਮਤ ਨਾਲ ਖਰੀਦ ਲਈਏ। ਇੱਕੋ ਹੀ ਤਰੀਕਾ ਹੈ, ਉਹ ਮਾਲਕ, ਉਹ ਪਰਮਾਤਮਾ ਜਦ ਵੀ ਸਾਨੂੰ ਬਖਸ਼ਦਾ ਹੈ, ਦਇਆ ਕਰਦਾ ਹੈ, ਸਭ ਤੋਂ ਪਹਿਲਾਂ ਇਨਸਾਨ ਦਾ ਜਾਮਾ ਦਿੰਦਾ ਹੈ। ਕਿਉਂਕਿ ਪਸ਼ੂ ਪੰਛੀ ਪਰਮਾਤਮਾ ਦੀ ਭਗਤੀ ਨਹੀਂ ਕਰ ਸਕਦੇ, ਦੇਵੀ ਦੇਵਤਿਆਂ ਨੂੰ ਇਹ ਮੌਕਾ ਹੀ ਦਿੱਤਾ ਨਹੀਂ ਗਿਆ। ਤੋਂ ਸਭ ਤੋਂ ਪਹਿਲਾਂ ਪਰਮਾਤਮਾ ਦੀ ਦਇਆ ਹੈ, ਸਾਨੂੰ ਇਨਸਾਨ ਦਾ ਜਾਮਾ ਮਿਲਦਾ ਹੈ। ਗੁਰੂ ਅਰਜਨ ਦੇਵ ਨੇ ਕਿਹਾ ਸੀ, 1,84 ਜੋਨ ਸਵਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੂਕੇ ਸੋ ਆਏ ਜਾਏ ਦੁੱਖ ਪਾਏਂਦਾ। ਕਹਿੰਦੇ 1,84 ਜੀਆ ਜੂਨ ਪੈਦਾ ਕਰਕੇ ਵਡਿਆਈ ਫਕਰ ਹਾਸਲ ਇਨਸਾਨ ਦੇ ਜਾਮੇ ਨੂੰ ਹੈ ਕਿ ਇਹ ਜੋ ਪਸ਼ੂ ਪੰਛੀ ਕੰਮ ਨਹੀਂ ਕਰ ਸਕਦੇਗੇ, ਕਿਉਂਕਿ ਉਹ ਭੋਗ ਜੂਨੀਆਂ ਹਨ, ਇਨਸਾਨ ਦੇ ਜਾਮੇ ਵਿੱਚ ਕਰ ਸਕਦੇ हैं। ਉਹ ਹੈ ਪਰਮਾਤਮਾ ਦੀ ਭਗਤੀ, ਪਰਮਾਤਮਾ ਨਾਲ ਮਿਲਾਪ। ਅਗਰ ਇਹ ਮੌਕਾ ਜੋ ਪਰਮਾਤਮਾ ਨੇ ਸਾਨੂੰ ਦਿੱਤਾ ਹੈ, ਇਹਨੂੰ ਆਪਾਂ ਵਿਸ਼ੇ ਵਿਕਾਰਾਂ 'ਚ, ਸ਼ਰਾਬਾਂ ਕਬਾਬਾਂ 'ਚ, ਮੈਂ ਮੇਰੀ ਦੇ ਵਿੱਚ ਬਰਬਾਦ ਕਰ ਜਾਂਦੇ हैं ਪਿਆਰਿਓ, ਫਿਰ ਪਤਾ ਨਹੀਂ ਉਹ ਪਰਮਾਤਮਾ ਸਾਨੂੰ ਇਹ ਮੌਕਾ ਦੇਵੇ ਜਾਂ ਨਾ ਹੀ ਦੇਵੇ। ਮੈਂ ਦੇਖਿਆ ਹੈ, ਮੈਨੂੰ ਉਹ ਪਰਮਾਤਮਾ ਦੀ ਦਇਆ ਨਾਲ ਬਹੁਤ ਸਾਰੇ ਮੁਲਕਾਂ ਅੰਦਰ ਜਾਣ ਦਾ ਮੌਕਾ ਮਿਲਦਾ ਹੈ। ਬਹੁਤ ਸਾਰੀਆਂ ਕੌਮਾਂ, ਬਹੁਤ ਸਾਰੀਆਂ ਜਗ੍ਹਾ ਐਸੀਆਂ ਹਨ ਜਿੱਥੇ ਕਿ ਪਰਮਾਤਮਾ ਦੀ ਹੌਦ ਦਾ ਉਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਕਿ ਪਰਮਾਤਮਾ ਵੀ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ, ਜੇ ਭੁੱਲੇ ਭਟਕਿਆ ਸਾਡਾ ਕੋਈ ਇਹੋ ਜਿਹੀ ਥਾਂ ਜਨਮ ਹੋ ਜਾਵੇ ਤਾਂ ਇਨਸਾਨ ਦੇ ਜਾਮੇ ਦੀ ਜਿਹੜੀ ਸਾਨੂੰ ਮੌਕਾ ਦਿੱਤਾ ਹੈ ਉਹ ਵੀ ਖਤਮ ਹੋ ਜਾਂਦਾ ਹੈ। ਇਹ ਉਹਦੀ ਭਾਰੀ ਦਇਆ ਹੈ। ਸਭ ਤੋਂ ਪਹਿਲਾਂ ਉਹ ਦਇਆ ਕਰਦਾ ਹੈ, ਇਨਸਾਨ ਦਾ ਜਾਮਾ ਦਿੰਦਾ ਹੈ। ਇਹ ਰਗੜੋ ਪਰਮਾਤਮਾ ਸਾਡੇ ਉੱਤੇ ਰਹਿਮ ਕਰਦਾ ਹੈ, ਸਾਨੂੰ ਕਿਸੇ ਮਹਾਤਮਾ ਦੀ ਸੰਗਤ ਔਰ ਸੋਭਤ ਦੇ ਵਿੱਚ ਲਿਜਾਂਦਾ ਹੈ। ਜਦੋਂ ਅਸੀਂ ਆਪਣੇ ਆਪ ਤੇ ਦਇਆ ਕਰਦੇ ਹਾਂ, ਫਿਰ ਅਸੀਂ ਆਪਣੇ ਜੀਵਨ ਨੂੰ ਉਸ ਸਾਧੂ ਸੰਤ ਮਹਾਤਮਾ ਦੇ ਕਹਿਣ ਦੇ ਮੁਤਾਬਕ ਢਾਲਦੇ ਹਾਂ। ਕਿਉਂਕਿ ਸੰਤ ਮਹਾਤਮਾ ਸਾਡੇ ਸੱਚੇ ਹਥੈਸੀ ਮਿੱਤਰ ਹੈ। ਉਹ ਜੋ ਬੋਲਣਗੇ, ਜੋ ਸਾਨੂੰ ਸਮਝਾਉਣਗੇ, ਉਹ ਸਾਡੇ ਹੀ ਫਾਇਦੇ ਦਾ ਹੈ। ਗੁਰੂ ਨਾਨਕ ਨੇ ਕਿਹਾ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨਾ। ਉਹ ਕਿਸੇ ਇੱਕ ਖਾਸ ਸਮਾਜ ਵਾਸਤੇ ਨਹੀਂ ਆਉਂਦੇਗੇ, ਕੋਈ ਖਾਸ ਕਿਸੇ ਮੁਲਕ ਵਾਸਤੇ ਨਹੀਂ ਆਉਂਦੇਗੇ, ਉਹ ਤਾਂ ਸਾਰੇ ਸੰਸਾਰ ਦੇ ਵਾਸਤੇ ਆਉਂਦੇ ਹੈ, ਹਰ ਆਤਮਾ ਵਾਸਤੇ ਆਉਂਦੇ ਹੈ, ਚਾਹੇ ਉਹ ਕਿਸੇ ਵੀ ਜਾਤੀ 'ਚ ਹੈ। ਉਹ ਸਾਨੂੰ ਆ ਕੇ ਪਿਆਰ ਨਾਲ ਕਹਿੰਦੇ ਹੈ ਕਿ ਦੇਖੋ ਪਿਆਰਿਓ, ਆਪਣਾ ਸਭ ਦਾ ਉਹ ਪਰਮਾਤਮਾ ਪਿਤਾ ਇੱਕ ਹੈ, ਆਪਾਂ ਸਾਰੇ ਉਸ ਦੇ ਬੱਚੇ ਹੈ। ਇਹ ਜੋ ਕੁਛ ਆਪਾਂ ਵੰਡੀਆਂ ਪਾਈਆਂ ਹਨ ਕਿ ਮੈਂ ਹਿੰਦੂ ਹੈ, ਮੈਂ ਮੁਸਲਮਾਨ ਹੈ, ਇਹ ਹਰੀਜਨ ਹੈ, ਇਹ ਬ੍ਰਾਹਮਣ ਹੈ, ਇਹ ਸਾਡੇ ਮਨ ਮਗਰ ਲੱਗ ਕੇ ਅਸੀਂ ਪਾਈਆਂ ਹੈ। ਇਹਨਾਂ ਦਾ ਡਿਜ਼ਾਈਨਰ ਜੋ ਹੈ, ਬਣਾਉਣ ਵਾਲਾ ਮਨ ਹੈ। ਪਰਮਾਤਮਾ ਨੇ ਕਿਸੇ ਦੇ ਲੇਬਲ ਲਾ ਕੇ ਨਹੀਂ ਭੇਜਿਆ ਕਿ ਹਿੰਦੁਸਤਾਨ ਦੇ ਰਹਿਣ ਵਾਲਾ ਹੈ ਜਾਂ ਇਹ ਕੋਈ ਅਛੂਤ ਜਾਤੀ ਹੈ। ਤੁਸੀਂ ਦੇਖ ਲਓ, ਅਸਮਾਨ ਦੇ ਵਿੱਚ ਸੂਰਜ ਚਮਕਦਾ ਹੈ,
ਉਹ ਸਭ ਨੂੰ ਧੁੱਪ ਇੱਕੋ ਜਿਹੀ ਦਿੰਦਾ ਹੈ, ਇੱਕੋ ਜਿਹੀ ਗਰਮੀ ਦਿੰਦਾ ਹੈ, ਇੱਕੋ ਜਿਹਾ ਪ੍ਰਕਾਸ਼ ਕਰਦਾ ਹੈ। ਉਹਨੇ ਕਦੇ ਨਹੀਂ ਇਹ ਕਿਹਾ ਕਿ ਵੀ ਇਹ ਹਰੀਜਨ ਹੈ, ਇਹ ਸਿੱਖ ਹੈ, ਇਹ ਮੁਸਲਮਾਨ ਹੈ, ਇਹ ਅਮਰੀਕਾ ਦੇ ਰਹਿਣ ਵਾਲਾ ਹੈ, ਮੈਂ ਇਸ ਨੂੰ ਧੁੱਪ ਦੇਣੀ ਹੈ ਜਾਂ ਗਰਮੀ ਦੇਣੀ ਹੈ ਜੇ ਇਸ ਨੂੰ ਨਹੀਂ ਦੇਣੀ। ਉਸੇ ਦੇ ਵਿੱਚੋਂ ਜੋ ਕਿਰਨਾਂ ਨਿਕਲਦੀਆਂ ਹਨ ਉਹ ਵੀ ਸਭ ਇੱਕ ਹੀ ਹੈ, ਧਰਤੀ ਨਾਲ ਟਕਰਾਉਂਦੀਆਂ ਹਨ, ਧੁੱਪ ਬਣ ਜਾਂਦੀ ਹੈ, ਜਦੋਂ ਵਾਪਸ ਜਾ ਕੇ ਕਿੱਥੇ ਸਮਾਉਂਦੀਆਂ? ਸੂਰਜ ਦੇ ਅੰਦਰ। ਇਸੇ ਤਰ੍ਹਾਂ ਸਾਡੀ ਜਿਹੜੀ ਆਤਮਾ ਹੈ ਉਹ ਸਤਿਪੁਰਸ਼ ਪਰਮਾਤਮਾ, ਉਹ ਮਹਾ ਸੂਰਜ ਦੀ ਇੱਕ ਕਿਰਨ ਹੈ। ਉਸ ਤੋਂ ਵਿਛੜ ਗਈ। ਅਸੀਂ ਆਪਣੇ ਕਰਮਾਂ ਦੇ ਮੁਤਾਬਕ ਪਹਿਲਾਂ ਆਤਮਾ ਵਿਛੜ ਕੇ ਭਵਰ ਗੁਫਾ ਵਿੱਚ ਆਉਂਦੀਆਂ ਹਨ ਜੋ ਚੌਥੀ ਮੰਜ਼ਿਲ ਹੈ, ਫਿਰ ਪਾਰ ਬ੍ਰਹਮ ਦੇ ਵਿੱਚ ਆਉਂਦੀਆਂ ਹਨ। ਜਿਵੇਂ ਜਿਵੇਂ ਨੀਚੇ ਆਉਂਦੀਆਂ ਜਾਂਦੀਆਂ ਹਨ ਇਹਨਾਂ ਦੇ ਉੱਤੇ ਕਾਰ ਦੇਸ਼ ਵਿੱਚ ਆ ਜਾਂਦੀਆਂ ਹਨ, ਕਾਰਨ ਪੜਦਾ ਚੜ ਜਾਂਦਾ ਹੈ। ਬਰਮ ਵਿੱਚ ਆਉਂਦੀਆਂ ਅਸੂਲ ਪੜਦਾ ਚੜ ਜਾਂਦਾ ਹੈ, ਜਿਹਦੇ ਵਿੱਚ ਆਪਾਂ ਅੱਜ ਬੈਠੇ ਹਾਂ। ਅਸੂਲ ਦੁਨੀਆ ਜਦ ਇਸ ਤੇ ਆ ਜਾਂਦੇ हैं ਅਸੂਲ ਇੱਕ ਹੋਰ ਮੋਟਾ ਪੜਦਾ ਚੜ ਜਾਂਦਾ ਹੈ। ਜਿਸ ਤਰ੍ਹਾਂ ਮਹਾਰਾਜ ਸਮਝਾਉਂਦੇ ਹੁੰਦੇ ਸੀਗੇ ਕਿ ਕੋਈ ਗੈਸ ਹੈ, ਉਹਦੇ ਉੱਪਰ ਆਪਾਂ ਬਹੁਤ ਸਾਰੇ ਟਾਟ ਦੇ ਪਰਦੇ ਚੜਾ ਦਈਏ, ਬੇਸ਼ੱਕ ਉਹ ਲੰਪ ਪੂਰਾ ਜਗਦਾ ਹੈ, ਪਰ ਜਿਸ ਮਕਾਨ 'ਚ ਜਾਵਾਂਗੇ ਉੱਥੇ ਅੰਧੇਰਾ ਹੈ। ਜਿਵੇਂ ਜਿਵੇਂ ਉਹ ਪਰਦੇ ਉਤਾਰਦੇ ਜਾਵਾਂਗੇ ਉਸੇ ਤਰ੍ਹਾਂ ਉਹ ਗੈਸ ਪਹਿਲਾਂ ਹੀ ਜਗਦਾ ਹੈ, ਲੰਪ ਪਹਿਲਾਂ ਹੀ ਜਗਦਾ ਹੈ, ਉਹ ਪੂਰੀ ਰੋਸ਼ਨੀ ਦੇ ਵਿੱਚ ਆ ਜਾਏਗਾ। ਇਸੇ ਤਰ੍ਹਾਂ ਸਾਡੀ ਜਿਹੜੀ ਆਤਮਾ ਹੈ ਉਹ ਮਹਾ ਸੂਰਜ ਦੀ ਇੱਕ ਕਿਰਨ ਹੈ, ਇਹ ਵੀ ਪ੍ਰਕਾਸ਼ਮਾਨ ਹੈ। ਲੇਕਿਨ ਇੱਥੇ ਅਸੂਲ ਦੁਨੀਆ ਦੇ ਵਿੱਚ ਆ ਕੇ ਇਹਦਾ ਜਿਹੜਾ ਪ੍ਰਕਾਸ਼ ਸੀਗਾ ਇਹ ਪਰਦਿਆਂ ਦੇ ਵਿੱਚ ਢਕ ਜਾਂਦਾ ਹੈ, ਇਹਦੇ ਉੱਤੇ ਅਗਿਆਨਤਾ ਛਾ ਜਾਂਦੀ ਹੈ, ਅੰਧੇਰਾ ਛਾ ਜਾਂਦਾ ਹੈ। ਜਦੋਂ ਪ੍ਰਮਾਤਮਾ ਸਾਨੂੰ ਦਇਆ ਕਰਕੇ ਕਿਸੇ ਮਹਾਤਮਾ ਦੀ ਸੰਗਤ ਸੁਭ ਦੇ ਵਿੱਚ ਜਾਂਦਾ ਹੈ ਫਿਰ ਕੀ ਹੁੰਦਾ? ਗੁਰੂ ਸਾਹਿਬ ਕਹਿੰਦੇ ਜਿਨ ਮਸਤਕ ਧੁਰੋਂ ਹਰ ਲਿਖਿਆ। ਮਹਾਤਮਾ ਜਿਨ੍ਹਾਂ ਦੀਆਂ ਅੱਖਾਂ ਖੁੱਲੀਆਂ ਹਨ ਉਹਨਾਂ ਦੀ ਬਾਣੀ ਪੜ੍ਹ ਕੇ ਦੇਖੋ। ਅਸੀਂ ਤੇ ਇਹ ਕਹਿੰਦੇ ਹਾਂ ਪਹਿਲਾ ਇੱਟ ਚੱਕੋ ਤੇ ਗੁਰੂ ਮਿਲ ਜਾਂਦਾ ਹੈ, ਕਿਉਂਕਿ ਅੱਜ ਜ਼ਮਾਨਾ ਹੈ। ਲੇਕਿਨ ਗੁਰੂ ਦੇ ਚਰਨਾਂ 'ਚ, ਸੰਤ ਦੇ ਚਰਨਾਂ 'ਚ ਜਾਣ ਤੋਂ ਪਹਿਲਾਂ ਮੈਂ ਦੱਸਦਾ ਹੁੰਦਾ ਹੈ ਅਸਲ ਦੀ ਨਕਲ ਵੀ ਆਉਂਦੀ ਹੈ। ਤੁਸੀਂ ਪਹਿਲਾਂ ਸੋਚੋ ਕਿ ਇਸ ਮਹਾਤਮਾ ਨੇ ਕੋਈ ਭਜਨ ਸਿਮਰਨ ਕੀਤਾ ਹੈ, ਕੋਈ 10-20 ਸਾਲ ਕੋਈ ਕੁਰਬਾਨੀ ਕੀਤੀ ਹੈ। ਬੜੀ ਜ਼ਰੂਰੀ ਹੈ, ਇੱਥੇ ਆਤਮਾ ਦਾ ਸਵਾਲ ਹੁੰਦਾ ਹੈ। ਸਿਰਫ ਅਸੀਂ ਇਕੱਠ ਹੀ ਨਹੀਂ ਦੇਖਣਾ ਵੀ ਇੱਥੇ ਬੜਾ ਇਕੱਠ ਹੁੰਦਾ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਕੋਈ ਮਹਾਤਮਾ ਤੁਰਿਆ ਜਾਂਦਾ ਸੀਗਾ, ਅੱਗੇ ਬਹੁਤ ਸਾਰਾ ਗਊਆਂ ਦਾ ਵੱਗ ਆ ਰਿਹਾ ਸੀਗਾ। ਕੋਈ ਆਦਮੀ ਕਹਿਣ ਲੱਗਿਆ ਕਿ ਦੇਖੋ ਮਹਾਰਾਜ ਜੀ ਕਿੰਨਾ ਵੱਡਾ ਵੱਗ ਆਉਂਦਾ ਹੈ। ਉਹ ਕਹਿੰਦੇ ਵੀ ਤੇਰਾ ਪਿਆਰਿਆ ਉਹਦੇ ਵਿੱਚ ਕੀ ਹੈ? ਉਹ ਕਹਿੰਦਾ ਜੀ ਮੇਰਾ ਆਪਣਾ ਤਾਂ ਕੁਛ ਨਹੀਂਗਾ, ਮੇਰੇ ਤਾਏ ਦਾ ਕੱਟਾ ਹੈ। ਉਹੀ ਹਾਲਤ ਸਾਡੀ ਹੈ। ਅਸੀਂ ਕਹਿੰਦੇ ਵੇਖੋ ਜੀ ਇੱਥੇ ਬੜੇ ਬੜੇ ਮਕਾਨ ਹੈ, ਸੋਨਾ ਚੜਿਆ ਹੋਇਆ ਹੈ, ਇੱਥੇ ਬੜਾ ਇਕੱਠ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਕਿ ਕੁਰੂਕਸ਼ੇਤਰ ਹਰਿਦੁਆਰ ਦੇ ਕੁੰਭ ਦੇ ਉੱਤੇ ਕਰੋੜਾਂ ਆਦਮੀ ਇਕੱਠੇ ਹੋ ਜਾਂਦੇ ਹੈ। ਕੀ ਉਹ ਸਾਰੇ ਸੰਤ ਹੈ? ਗੁਰੂ ਨਾਨਕ ਕਹਿੰਦੇ ਕੋਟਨ में को जो भजन राम को पावै, जग में उत्तम कटिए विरले के विरले विरले। ऐसे महात्मा ਨਾਲ ਮਿਲਾਪ ਜਿਹੜਾ ਹੈ ਕਹਿੰਦੇ ਜਿਨ ਮਸਤਕ ਤੁਰੋਂ ਹਰ ਲਿਖਿਆ ਤਿਨ ਸਤਿਗੁਰ ਮਿਲਿਆ। ਉਹਦੇ ਮਿਲਣ ਦਾ ਕੀ ਪਤਾ ਲੱਗਦਾ ਹੈ? ਅਗਿਆਨ ਅੰਧੇਰਾ ਕਟਿਆ, ਗਿਆਨ ਘਟ ਵਲਿਆ। ਸੰਤਾਂ ਨੇ ਇਸ ਦੁਨੀਆ ਨੂੰ ਅੰਧਾ ਖੂਹ ਕਰਕੇ ਬਿਆਨ ਕੀਤਾ ਹੈ। ਇਹਦੇ ਵਿੱਚ ਡਿੱਗੀ ਆਤਮਾ ਨਾ ਆਪਣੇ ਆਪ ਨੂੰ ਦੇਖ ਸਕਦੀ ਹੈ,
ਨਾ ਆਸਾ ਪਾਸਾ ਦੇਖ ਸਕਦੀ ਹੈ, ਨਾ ਇਹ ਬਾਹਰ ਹੀ ਨਿਕਲ ਸਕਦੀ ਹੈ। ਤੋ ਸੰਤ ਮਹਾਤਮਾ ਕੀ ਕਰਦੇ ਹੈ, ਜਿਹੜਾ ਸੱਚਾ ਜਗਿਆਸੂ ਹੈ ਉਹਦੇ ਅੰਦਰ ਸ਼ਬਦ ਦੀ ਡੋਰੀ, ਨਾਮ ਦੀ ਡੋਰੀ ਲਮਕਾ ਦਿੰਦੇ ਹੈ। ਉਹਦੇ ਅੰਦਰ ਉਹਦੇ ਕਰਮਾਂ ਦੇ ਮੁਤਾਬਕ ਅਨੁਭਵੀ ਹੁੰਦਾ ਹੈ, ਨਾਮ ਦਾ ਦੀਵਾ ਜਗਾ ਦਿੰਦੇ ਹੈ। ਉਸ ਪ੍ਰਕਾਸ਼ ਦੇ ਜ਼ਰੀਏ ਅਸੀਂ ਉਹ ਖੂਹੇ 'ਚ ਦੇਖ ਵੀ ਸਕਦੇ ਹਾਂ, ਔਰ ਬਾਹਰ ਨਿਕਲਦੀ ਜੋ ਰੱਸੀ ਸ਼ਬਦ ਦੀ ਡੋਰੀ ਹੈ, ਧੁਨ, ਉਸ ਨੂੰ ਵੀ ਪਕੜ ਸਕਦੇ ਹਾਂ। ਐਸੇ ਮਹਾਤਮਾ ਜਦ ਵੀ ਆਉਂਦੇ ਹੈ, ਆਪ ਪਿਆਰ ਨਾਲ ਕਹਿੰਦੇ ਹੈ ਕਿ ਹਰ ਰੱਦਾ ਰਤਨ ਪਦਾਰਥੋਂ ਫਿਰ ਬੋਹੜ ਨਾ ਚੱਲਿਆ। ਜਦ ਇੱਕ ਵਾਰੀ ਸਾਡੇ ਅੰਦਰ ਸੰਤ ਮਹਾਤਮਾ ਨਾਮ ਦਾ ਦੀਵਾ, ਉਹ ਪ੍ਰਕਾਸ਼, ਕਿਉਂਕਿ ਪ੍ਰਮਾਤਮਾ ਸਾਡੇ ਅੰਦਰ ਪ੍ਰਕਾਸ਼ ਰੂਪ ਔਰ ਜੋਤ ਰੂਪ, ਨਾਦ ਰੂਪ ਹੋ ਕੇ ਬਿਰਾਜਮਾਨ ਹੈ, ਜਿਸ ਨੂੰ ਗੁਰੂ ਨਾਨਕ ਨੇ ਕਿਹਾ ਹੈ ਅੰਤਰ ਜੋਤ ਨਿਰੰਤਰ ਬਾਣੀ। ਗੁਰੂ ਨਾਨਕ ਨੇ ਉਸ ਨੂੰ ਬਾਣੀ ਕਿਹਾ ਹੈ, ਜੋਤ ਕਿਹਾ ਹੈ, ਸਭ ਦੇ ਉਹ ਅੰਦਰ ਹੈ। ਹਰ ਲੱਦਾ ਰਤਨ ਪਦਾਰਥੋਂ ਫਿਰ ਬੋਹੜ ਨਾ ਚੱਲਿਆ, ਨਾਨਕ ਨਾਮ ਔਰਾਧਿਆ ਔਰਾਧ ਹਰ ਮਿਲਿਆ। ਪਿਆਰਿਓ, ਜਿਸ ਤਰ੍ਹਾਂ ਆਪਾਂ ਸਕੂਲ ਵਿੱਚ ਜਾਂਦੇ ਹਾਂ, ਉੱਥੇ ਟੀਚਰ ਦੀ ਆਪਣੀ ਡਿਊਟੀ ਹੈ ਔਰ ਸਟੂਡੈਂਟ ਦੀ, ਲੜਕੇ ਦੀ ਆਪਣੀ ਡਿਊਟੀ ਹੈ। ਇਹ ਨਹੀਂ ਕਿ ਸਕੂਲ ਗਿਆ, ਜੋ ਟੀਚਰ ਨੇ ਕਿਹਾ ਉਹ ਨਾ ਕਰਿਆ। ਤੁਸੀਂ ਦੇਖ ਲਓ ਉਸ ਟੀਚਰ ਦਾ ਕੀ ਕਸੂਰ ਹੈ ਬਈ। ਜੋ ਟੀਚਰ ਨੇ ਕਿਹਾ ਹੈ ਉਹ ਕਰਨਾ ਜ਼ਰੂਰੀ ਹੈ। ਇਹ ਨਹੀਂ ਕਿ ਅਸੀਂ ਨਾਮ ਲੈ ਗਏ हैं, ਜਾ ਕੇ ਉਹਦੀ ਆਰਾਧਨਾ ਨਾ ਕਰੀਏ। ਫਿਰ ਉਹਦੇ ਨਾਨਕ ਨਾਮ ਔਰਾਧਿਆ ਔਰਾਧ ਹਰ ਮਿਲਿਆ। ਜੋ ਕਰਦੇ ਹੈ ਉਹ ਅੱਖਾਂ ਨਾਲ ਦੇਖ ਲੈਂਦੇ ਹੈ, ਬਾਕੀ ਕੀ ਹੈ ਭਰਮ, ਵਹਿਮ। ਵਹਿਮ ਦੀ ਦਵਾਈ ਕਿਹਦੇ ਕੋਲੇ ਹੈ? ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ ਕਿ ਮਹਾਤਮਾ ਉੱਚੇ ਭਾਗ ਹੁੰਦੇ, ਅਸੀਂ ਉਹਨਾਂ ਦੇ ਕਹੇ ਮੁਤਾਬਕ ਚੱਲਦੇ ਹਾਂ। ਕਿਉਂਕਿ ਮਹਾਤਮਾ ਤੁਹਾਨੂੰ ਕਦੇ ਇਹੋ ਜਿਹੀਆਂ ਕਿਸੇ ਕਹਾਣੀਆਂ ਨਹੀਂ ਸੁਣਾਵੇਗਾ ਕਿ ਜਿਹਦੇ ਨਾਲ ਤੁਸੀਂ ਉਸ ਗੁੰਝਲ 'ਚ ਹੋਰ ਪੈ ਜਾਓ। ਤੀਸਰਾ, ਉਹ ਸਾਨੂੰ ਜਿਹੜਾ ਦੱਸਦੇ ਹੈ ਕਿ ਦੁਨੀਆ ਜਿਹੜੀ ਹੈ ਚਲਦੀ ਫਿਰਦੀ ਮਾਇਆ ਨਜ਼ਰ ਵਿੱਚ ਆਉਂਦੀ ਹੈ, ਇਹਨੂੰ ਕੋਈ ਬਣਾਉਣ ਵਾਲਾ ਹੈ। ਇਹ ਆਪਣੇ ਆਪ ਪੈਦਾ ਨਹੀਂ ਹੋਈ, ਉਹਨੇ ਖਾਸ ਵਿਧਾਨ ਬਣਾਏ ਹੈ। ਜਿਵੇਂ ਵਕਤ ਤੇ ਸੂਰਜ ਹੈ ਚੜ੍ਹਦਾ, ਵਕਤ ਤੇ ਅਸਤ ਹੁੰਦਾ ਹੈ, ਚੰਦਰਮਾ ਆਉਂਦਾ ਹੈ, ਕਿਸ ਤਰ੍ਹਾਂ ਉਹਦੀ ਕਲਾ ਘਟਦੀ ਵੱਧਦੀ ਪ੍ਰਕਾਸ਼ ਹੈ, ਕਿਸ ਤਰ੍ਹਾਂ ਦਿਨ ਰਾਤ, ਕੌਣ ਉਹਨਾਂ ਦੀ ਚਾਬੀ ਮਰੋੜਦਾ ਹੈ? ਨਹੀਂ, ਵਿਧਾਨ ਹੀ ਉਸ ਪ੍ਰਮਾਤਮਾ ਨੇ ਐਸੇ ਬਣਾਏ ਹੈ। ਇਸੇ ਤਰ੍ਹਾਂ ਇਹ ਦੁਨੀਆ ਬਣਾ ਕੇ ਵੀ ਉਹ ਬੇਫਿਕਰ ਨੇ। ਉਹਨੇ ਇੱਕ ਐਸਾ ਵਿਧਾਨ ਬਣਾਇਆ ਹੈ, ਐਸਾ ਦੇਵਤਾ ਪੈਦਾ ਕੀਤਾ ਹੈ ਜਿਹਨੂੰ ਆਪਾਂ ਮੌਤ ਦਾ ਦੇਵਤਾ ਕਹਿ ਦਿੰਦੇ ਹਾਂ। ਇਸ ਵਾਸਤੇ ਉਹ ਬੜਾ ਵਕਤ ਦਾ ਪੱਕਾ ਹੁੰਦਾ ਹੈ। ਦੁੱਖ ਸੁੱਖ, ਗਰੀਬੀ ਅਮੀਰੀ, ਬਿਮਾਰੀ ਤੰਦਰੁਸਤੀ, ਮੌਤ ਪੈਦਾਇਸ਼, ਸਾਡੀ ਪੈਦਾਇਸ਼ ਹੋਣ ਤੋਂ ਪਹਿਲਾਂ ਦਰਜ ਹੋ ਜਾਂਦੀਆਂ ਹਨ। ਕਿੱਥੇ ਮੌਤ ਆਉਣੀ ਹੈ, ਕਿਸ ਉਮਰ 'ਚ ਆਉਣੀ ਹੈ, ਕਿਵੇਂ ਆਉਣੀ ਹੈ। ਲੇਕਿਨ ਜਦ ਉਹ ਘਟਨਾ ਘਟਦੀ ਹੈ ਸਾਨੂੰ ਉਹਦਾ ਪਤਾ ਨਹੀਂ ਹੁੰਦਾ, ਗਿਆਨ ਨਹੀਂ ਹੁੰਦਾਗਾ। ਅਸੀਂ ਰੋਂਦੇ ਹਾਂ, ਚਲਾਨੇ ਹਾਂ। ਅਗਰ ਅਸੀਂ ਸ਼ਬਦ ਨਾਮ ਦੀ ਕਮਾਈ ਕਰਕੇ, ਨੌ ਦੁਆਰੇ ਖਾਲੀ ਕਰਕੇ ਉਹ ਸ਼ਬਦ ਨਾਲ ਜੁੜ ਜਾਈਏ, ਸਾਨੂੰ ਉਸ ਘਟਨਾ ਦਾ ਵੀ ਗਿਆਨ ਹੋਏਗਾ ਕਿ ਕਿਉਂ ਹੋਈ ਇਹ। ਫਿਰ ਸਾਨੂੰ ਉਹ ਵੀ ਦੱਸਦੇ ਆ ਕਿ ਦੇਖੋ ਪਿਆਰਿਓ, ਤੁਸੀਂ ਮੋਹ ਦੇ ਬੱਧੇ ਰੋਨੇ ਹੋ, ਕੀ ਕਦੇ ਕੋਈ ਰੋ ਕੇ ਲੈ ਆਇਆ ਕਿਸੇ ਨੂੰ?
ਅਸੀਂ ਛੋਟੇ ਹੁੰਦੇ ਸੀ, ਸਾਡੀ ਮਾਤਾ ਕਹਾਣੀਆਂ ਸੁਣਾਉਂਦੀ ਹੁੰਦੀ ਸੀਗੀ। ਬੱਚਿਆਂ ਦੇ ਦਿਲ ਪਰਚਾਵੇ ਵਾਲੀਆਂ ਸਿਆਣੀਆਂ ਮਾਤਾ ਅੱਜ ਵੀ ਸੁਣਾਉਂਦੀਆਂ ਹਨ। ਉਹ ਕਹਿੰਦੀ ਹੁੰਦੀ ਸੀਗੀ ਕਿ ਬੇਟਾ, ਜਦੋਂ परमात्मा ने सृष्टि बनाई तो उसे सवाल कर देंगे साथ ही कि की तैं परमात्मा देखा है? वो कहती नहीं, मैं सुनी गल करदी है कि परमात्मा ने जब सृष्टि बनाई तो उन्हें देखा कि जे मैं इन्हां नूं सदा अमर कर दिता, पता नहीं ये की करनगे। मौत ही जिहड़ी है वो सानू दुरुस्त रखती है। मौत नूं देख के भुल्लड़ मन दे सट वजदी है। ਉਹ ਕਹਿਣ ਲੱਗਿਆ ਵੀ ਇਹ ਜਿਹੜੇ ਪੈਦਾ ਕੀਤੇ ਆ ਬੱਚਿਆਂ ਨਾਲ ਬੜਾ ਮੋਹ ਕਰਦੇ ਹੈ। ਮਾਤਾ ਪਿਤਾ ਤਾਂ ਬਚਣਗੇ ਹੀ ਨਹੀਂ। ਜੇ ਮੈਂ ਕਿਸੇ ਦਾ ਬੱਚਾ ਉਹਦੇ ਬੈਠਿਆਂ ਬੁਲਾ ਲਿਆ ਤਾਂ ਉਹ ਕਹਿੰਦੇ ਕਿ ਇਹ ਕਿ ਜਦੋਂ ਇਸ ਤਰ੍ਹਾਂ ਦੇਖਿਆ ਉੱਥੇ ਇੱਕ ਬੱਚਾ ਗਧੀ ਦਾ ਫਿਰਦਾ ਸੀਗਾ, ਉਹਨੂੰ ਚੱਕ ਕੇ ਖੂਹ ਸਿੱਟ ਦਿੱਤਾ। ਜਦੋਂ ਕੂਏ ਦੇ ਵਿੱਚ ਸਿੱਟਿਆ ਤਾਂ ਗਧੀ ਉਹ ਦੁਖਾਵੇ ਦਾ ਹੀ ਕਰਕੇ ਕੂਏ ਦੇ ਪਾਸੇ ਤੇ ਚੁੱਪ ਕਰਕੇ ਆ ਕੇ ਬਹਿ ਗਈ। तो परमात्मा ने देखा भी लोग 4 दिन गधी की तरह ही करके बह जाएंगे। असी वो सच्चाई नहीं समझते। कोई किसी के पीछे मरदा है ते झूठा विखावे दा है। इस वास्ते संत सानू कहंदे दुनिया बिल्कुल सच नहीं गी। गुरु नानक की बाणी पढ़ के देख लो, कूड़ राजा, कूड़ प्रजा, कूड़ सब संसार, बे सारा है झूठ का पसारा है। क्या राजा, क्या प्रजा, क्या पीर, क्या पकंबर, कोई इस संसार में नहीं रहेगा। गुरु नानक कहते जो उपजया सो बिनस है, परयो आज के काल, नानक हर गुण गाए ले छाड़ सगल जंजाल। तुसी ये जंजाल दे विचों मन कढ़ के तुसी भजन करो। गुरु नानक कहते हैं नानक हर गुण गाए लो, ताकि असी वार वार, थानू पता है जब पैदाइश हुंदी है बच्चे की कैसी हालत है, किस तरह गंद विच हुंदा ओह, जब मौत हुंदी है की हालत हुंदी है। जिहड़े साडे नाल इतना प्यार करते हैं, बीबियां भजन बोलदियां सन, सके संबंधी जिन्ने है उही चुक के अग दे हवाले करते हैं। लेकिन भुल्लड़ मन ये सोचता है कि मौत तो लोकां वास्ते है, मेरे वास्ते तो शायद शराबां कबाबां ऐशो इशरतां ही हैं। फिर असी ये नहीं सोचते कि प्यारिओ मुट्ठी मीच के इंसान जन्म लैंदा है, हथ खोल के चलिया जाता है, ये की लै गया नाल। गुरु नानक ने कहा बिन नामे को संग ना साथी, मुक्ते नाम ते अमनिया। नाल जिहड़ी जान वाली चीज है ਉਹਦੇ ਮੁਤਲਕ ਤਾਂ ਅਸੀਂ ਸੋਚਦੇ ਹੀ ਨਹੀਂ ਗਏ ਵੀ ਨਾਲ ਜਾਣ ਵਾਲੀ ਕਿਹੜੀ ਚੀਜ਼ ਹੈ। ਕੱਲਾ ਆਇਆ ਕੱਲਾ ਜਾਏਗਾ, ਦੂਜਾ ਰੱਬ ਹੈ ਅਗਰ ਧਿਆਏਗਾ। ਉਹ ਮਾਲਕ ਦੀ ਭਗਤੀ ਕਰੇਗਾ, ਉਹ ਤਦ ਹੀ ਤੇਰਾ ਅਗਵਾ ਹੋਏਗਾ। ਇਹ ਸੰਤ ਆ ਕੇ ਸਚਾਈ ਬਿਆਨ ਕਰਦੇ ਹੈ ਕਿ ਦੇਖੋ ਬਈ परमात्मा दया करदा, इंसान दा जामा दिंदा है, वो दया करदा, सानू किसी महात्मा की शरण विच जांदा है। संत महात्मा जो बोलते है वो साडे फायदे दा बोलते है। सच तो यह है, गुरु नानक साहब कहते हैं वो साडे मुफ्त दे नौकर हुंदे है। किन्ने क असीं मुफ्त दे मित्र भाल लांगे। तुसीं देख लो, औरत अगर मर्द दे नाल लगी है, मर्द औरत दे नाल लग्या है, उन्हां दा आपो अपना गर्जां दा प्यार है। बच्चे आ जिहड़े माता पिता उन्हूं तद ही पालदे है, उन्हां नूं उन्हां तक गर्ज हुंदी है कि वड्डे होए इह साडी सांभ संभाल करनगे।
ਕਬੀਰ ਸਾਹਿਬ ਨੇ ਕਿਹਾ ਸੀ, ਦਿਲ ਦਾ ਮਹਿਰਮ ਕੋਈ ਨਾ ਮਿਲਿਆ, ਜੋ ਮਿਲਿਆ ਸੋ ਗਰਜੀ। ਜਿੱਥੇ ਜਾਂਦੇ ਆ ਜੋ ਮਿਲਦਾ ਆਪੋ ਆਪਣੀ ਗਰਜ। ਅਗਰ ਬੇਗਰਜ ਪਿਆਰ ਕਰਦਾ ਹੈ ਤਾਂ ਉਹ ਗੁਰੂ ਹੈ। ਮੈਂ ਦੱਸਦਾ ਹੁੰਦਾ ਕਿ ਗੁਰੂ ਹਮੇਸ਼ਾ ਆਪਦੇ ਸੇਵਕ ਤੋਂ ਭਜਨ ਦੀ ਆਸ ਕਰਦਾ ਹੈ। ਸੋ ਇਸ ਵਾਸਤੇ ਕਹਿਣ ਲੱਗੇ, ਜਦੋਂ ਅਸੀਂ ਆਪਣੇ ਆਪ ਤੇ ਦਇਆ ਕਰਦੇ ਹਾਂ, ਐਸਾ ਮਿੱਤਰ ਜਾਂ ਜ਼ਿੰਦਗੀ 'ਚ ਮਿਲ ਜਾਂਦਾ ਹੈ, ਅਸੀਂ ਉਹਦੇ ਵਾਕ ਦੇ ਉੱਤੇ, ਉਹਦੇ ਬਚਨ ਦੇ ਉੱਤੇ ਕਦਰ ਕਰਦੇ ਹਾਂ। ਨਹੀਂ ਤਾਂ ਅਸੀਂ ਭਰਮ ਦੇ ਵਿੱਚ ਆਏ, ਭਰਮ 'ਚ ਗਏ। ਲੇਕਿਨ ਸਾਡੀ ਹਾਲਤ, ਮਹਾਰਾਜ ਸਾਵਣ ਸਿੰਘ ਬੜੇ ਪਿਆਰ ਦੇ ਨਾਲ ਬੱਚਿਆਂ ਦੀ ਤਰ੍ਹਾਂ, ਜਿਵੇਂ ਬੱਚਿਆਂ ਨੂੰ ਕਹਾਣੀਆਂ ਸੁਣਾਉਂਦੇ ਹੈ, ਐਂ ਸੁਣਾਉਂਦੇ ਹੁੰਦੇ ਸੀਗੇ ਕਿ ਇੱਕ ਮਹਾਜਨ ਸੀ, ਉਹ ਰੋਜ਼ ਸਤਸੰਗ ਵਿੱਚ ਜਾਂਦਾ ਸੀ। ਜੋ ਸੁਣਨਾ ਉਠਿਆਉਣਾ, ਇੱਕ ਦਿਨ ਉਹਨੂੰ ਕੋਈ ਖਾਸ ਕੰਮ ਆ ਗਿਆ, ਹੋ ਗਿਆ, ਉਹਦਾ ਲੜਕਾ ਚਲਿਆ ਗਿਆ। ਜਦ ਉੱਥੇ ਮਹਾਤਮਾ ਸੁਣਾਉਣ ਲੱਗੇ ਵੀ ਸਭ ਤੋਂ ਪਹਿਲਾਂ ਤਾਂ ਦਇਆ ਕਰਨੀ ਸਿੱਖੋ ਆਪਣੇ ਤੇ। ਜੋ ਆਪਣੇ ਤੇ ਦਇਆ ਕਰੇਗਾ ਉਹ ਦੂਸਰੇ ਤੇ ਵੀ ਕਰੇਗਾ, ਕਿਉਂਕਿ ਪਸ਼ੂ ਪੰਛੀ ਹਰ ਇੱਕ ਨੂੰ ਇਸ ਧਰਤੀ ਤੇ ਰਹਿਣ ਦਾ ਇੱਕੋ ਜਿਹਾ ਹੀ ਹੱਕ ਹੁੰਦਾ ਹੈ। ਉਹ ਜਿਹੜਾ ਲੜਕਾ ਉਹਦੇ ਚਲਿਆ ਗਿਆ, ਉਹਨੇ ਇੰਨੀ ਗੱਲ ਫੜ ਕੇ ਆ ਗਿਆ, ਉਹ ਦੁਕਾਨ ਦੇ ਉੱਤੇ ਗਊ ਆ ਕੇ ਲੱਗ ਗਈ ਆਟਾ ਖਾਣ। ਮਹਾਜਨ ਆਇਆ ਬਾਹਰੋਂ, ਬੜਾ ਖਫਾ ਹੋਇਆ। ਉਹ ਕਹਿਣ ਲੱਗਿਆ, ਅੰਨੇ ਦੇ ਅੰਨਿਆ, ਗਊ ਖਾਈ ਜਾਂਦੀ ਹੈ, ਤੈਨੂੰ ਦਿਸਦੀ ਨਹੀਂ? ਉਹ ਕਹਿਣ ਲੱਗਿਆ, ਪਿਤਾ ਜੀ ਆਪਣੇ ਬੜਾ ਵਿਆਜ ਆਉਂਦਾ ਹੈ, ਬੜਾ ਕਿਰਾਇਆ ਆਉਂਦਾ ਹੈ, ਹਰ ਤਰ੍ਹਾਂ ਦਾ ਆਪਣੇ ਘਰੇ ਧਨ ਭਗਵਾਨ ਨੇ ਦਿੱਤਾ ਹੈ। ਅਗਰ ਇਹ ਦੋ ਬੁਰਕ ਲਾ ਲੂਗੀ ਵਿਚਾਰੀ ਦਾ ਕੀ ਫਰਕ ਪੈਂਦਾ ਹੈ? ਉਹ ਕਹਿਣ ਲੱਗਿਆ, ਤੂੰ ਇਹ ਗੱਲ ਕਿੱਥੋਂ ਸੁਣ ਕੇ ਆਇਆ ਹੈ? ਕਹਿੰਦਾ, ਮੈਂ ਅੱਜ ਸਤਸੰਗ 'ਚ ਗਿਆ ਸੀ, ਉੱਥੇ ਮਹਾਤਮਾ ਇਹ ਪ੍ਰਚਾਰ ਕਰਦੇ ਸੀ ਵੀ ਹਰ ਇੱਕ ਤੇ ਦਇਆ ਕਰੋ। ਉਹ ਆਦਾ, ਮੈਨੂੰ 30 ਸਾਲ ਹੋ ਗਏ, ਜੇ ਮੈਂ ਇਹੋ ਜਿਹੀਆਂ ਗੱਲਾਂ ਪੱਲੇ ਬੰਨਦਾ ਤਾਂ ਅੱਜ ਨੂੰ ਪਤਾ ਨਹੀਂ ਕੀ ਹੁੰਦਾ। ਇਹ ਗੱਲਾਂ ਉੱਥੇ ਛੱਡਿਆ ਹੀ ਦੀਆਂ ਹੁੰਦੀਆਂ ਹਨ। ਸੋ ਸਾਡੀ ਇਹ ਹਾਲਤ ਆ, ਅਸੀਂ ਸੁਣਦੇ ਜ਼ਰੂਰ ਹਾਂ, ਸਾਡੇ ਅੰਦਰ ਪਿਆਰ ਹੈ ਪਰਮਾਤਮਾ ਦਾ, ਆਉਂਦੇ ਵੀ ਹੈ, ਲੇਕਿਨ ਐਸ ਕੰਨ ਪਈ ਤੇ ਉਧਰ ਕੱਢ ਦਿੱਤੀ। ਅਸੀਂ ਜੋ ਬਾਣੀਏ ਤਰ੍ਹਾਂ ਧੋਤੀ ਝਾੜ ਕੇ ਚਲੇ ਜਾਂਦੇ ਹਾਂ ਵੀ ਕੀ ਸਤਸੰਗ ਦੇ ਵਿੱਚ ਕਿਹਾ, ਸਾਡੇ ਵਿੱਚ ਕੀ ਐਬ ਹੈ। ਕਿਉਂਕਿ ਸਤਸੰਗ ਜਾਂਦੇ ਹੈ ਤਾਂ ਸਾਨੂੰ ਸਾਡੀਆਂ ਗਲਤੀਆਂ ਦਾ ਪਤਾ ਲੱਗਦਾ ਹੈ। ਜਦੋਂ ਪਤਾ ਲੱਗਿਆ, ਸਾਡਾ ਧਰਮ ਬਣਦਾ ਹੈ, ਸਾਡੇ ਤੇ ਜ਼ਿੰਮੇਵਾਰੀ ਹੈ ਕਿ ਉਹਨਾਂ ਨੂੰ ਸੁਧਾਰੀਏ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ, ਉਹਨੂੰ ਭੁੱਲਿਆ ਨਾ ਜਾਣੋ ਜਿਹੜਾ ਸ਼ਾਮ ਨੂੰ ਘਰੇ ਆ ਜਾਵੇ। ਉਹ ਪਿਆਰਿਓ, ਜ਼ਰੂਰੀ ਨਹੀਂ ਅਸੀਂ ਗਲਤੀਆਂ ਕਰ ਲਈਆਂ ਤਾਂ ਉਹ ਹੋਰ ਕਰੀ ਜਾਈਏ, ਨਹੀਂ, ਆਪਣੇ ਆਪ ਨੂੰ ਸੁਧਾਰੋ। ਮਹਾਰਾਜ ਕਿਰਪਾਲ ਕਹਿੰਦੇ ਹੁੰਦੇ ਸੀ ਕਿ ਨੇਕ ਬਣੋ, ਨੇਕੀ ਫੈਲਾਓ, ਭਲਾ ਸੋਚੋ, ਭਲਾ ਕਰੋ, ਕਿਸੇ ਹੋਰ ਤੇ ਵੀ ਰਹਿਮ ਕਰੋ। ਉਹਨੂੰ ਵੀ ਕਹਿ, ਪਿਆਰਿਆ ਮੈਂ ਇਸ ਤਰ੍ਹਾਂ ਸੰਤਾਂ ਕੋਲੇ ਜਾਣਾ ਹੈ, ਉਹ ਇਹ ਉਪਦੇਸ਼ ਕਰਦੇ, ਤੇਰੀ ਸਮਝ ਆਉਂਦਾ ਤੂੰ ਵੀ ਫਾਇਦਾ ਉਠਾ। ਸੋ ਇਸ ਵਾਸਤੇ ਸੰਤ ਮਹਾਤਮਾ ਸਾਨੂੰ ਪਿਆਰ ਨਾਲ ਕਹਿੰਦੇ ਆ। ਜਦੋਂ ਪਰਮਾਤਮਾ ਸਾਡੇ ਤੇ ਦਇਆ ਕਰਦਾ ਹੈ, ਫਿਰ ਹੀ ਅਸੀਂ ਮਹਾਤਮਾ ਦੀ ਸੰਗਤ ਔਰ ਸੋਭਤ ਦੇ ਵਿੱਚ ਆ ਕੇ ਉਸ ਤੇ ਅਮਲ ਕਰਦੇ ਹਾਂ। ਹੁਣ ਤੁਹਾਡੇ ਅੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਛੋਟਾ ਜਿਹਾ ਸ਼ਬਦ ਰੱਖਿਆ ਜਾਂਦਾ ਹੈ, ਗੌਰ ਨਾਲ ਸੁਣਨ ਵਾਲਾ ਹੈ। ਪਿਆਰਿਓ, ਅਸੀਂ ਬਾਣੀ ਸਾਰੇ ਪੜ੍ਹਦੇ ਹਾਂ, ਸੱਚ ਤਾਂ ਇਹ ਹੈ, ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਕਿ ਗੁਰੂ ਗ੍ਰੰਥ ਸਾਹਿਬ ਇੱਕ ਰੂਹਾਨੀਅਤ ਦਾ ਖਜ਼ਾਨਾ ਹੈ, ਲੇਕਿਨ ਸਾਡੇ ਲੋਕਾਂ ਨੂੰ ਇਸ ਖਜ਼ਾਨੇ ਦਾ ਗਿਆਨ ਨਹੀਂ ਕਿ ਇਹ ਕੀ ਹੈ। ਜੇ ਸਾਨੂੰ ਇਹ ਪਤਾ ਹੋਵੇ ਕਿ ਇੱਕ ਇੱਕ ਲਫ਼ਜ਼ ਜਿਹੜਾ ਹੈ ਕਰੋੜਾਂ ਰੁਪਇਆਂ 'ਚ ਮੁੱਲ ਨਹੀਂ ਮਿਲਦਾਗਾ, ਕਿ ਅਸੀਂ ਇਸ ਨੂੰ ਇਸ ਤਰ੍ਹਾਂ ਪੜ੍ਹ ਕੇ ਸਿੱਟੀ ਜਾਵਾਂਗੇ। ਅਸੀਂ ਤਾਂ ਇੱਕ ਰੀਤੀ ਰਿਵਾਜ ਬਣਾ ਲਿਆ ਹੈ ਪੜ੍ਹਨ ਦਾ ਔਰ ਪੜ੍ਹਾਉਣ ਦਾ। ਗੁਰੂ ਸਾਹਿਬ ਸਾਨੂੰ ਬੜੇ ਪਿਆਰ ਨਾਲ ਕਹਿੰਦੇ ਆ, ਨਹੀਂ ਪਿਆਰਿਓ, ਸੋਚ ਕੇ ਪੜ੍ਹੋ, ਸਮਝ ਕੇ ਪੜ੍ਹੋ,
ਮਹਾਤਮਾ ਸਾਡੇ 'ਚ ਕੀ ਕਮੀ ਦੱਸਦੇ ਆ, ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਇਸ ਵਾਸਤੇ ਤਿਰਗ ਤਿੰਨਾ ਕਾ ਜੀਵਿਆ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਆਉਂਦਾ ਹੈ, ਤਿਰਗ ਤਿੰਨਾ ਕਾ ਜੀਵਿਆ ਜੋ ਲਿਖ ਲਿਖ ਵੇਚੇ ਨਾਓ, ਖੇਤੀ ਜ਼ਿੰਦਗੀ ਜਿਹੜੀ ਖਲਵਾੜੇ ਕਿਆ ਥਾਂ। ਜਿਹੜੇ ਇਸ ਨੂੰ ਵੇਚ ਰਹੇ ਆ ਉਹਨਾਂ ਵਿਚਾਰਿਆਂ ਨੂੰ ਕੀ ਪਤਾ ਹੈ ਕਿ ਗੁਰੂ ਨਾਨਕ ਦੀ ਬਾਣੀ ਕਿੰਨੀ ਅਮੋਲ ਹੈ, ਕਿੰਨੀ ਇਹ ਪਵਿੱਤਰ ਹੈ। ਸੋ ਇਸ ਵਾਸਤੇ ਆ ਪਿਆਰ ਨਾਲ ਇਹਨਾਂ ਦਾ ਸ਼ਬਦ ਸੁਣਨ ਵਾਲਾ ਹੈ। ਕੱਲ ਗੁਰੂ ਨਾਨਕ ਨੇ ਕਲਯੁਗ ਦੇ ਲੱਛਣ ਦੱਸੇ ਸੀਗੇ ਕਿ ਉਹ ਕਿਸੇ ਮਹੱਲ ਵਿੱਚ ਨਹੀਂ, ਕਿਸੇ ਵੇਦ ਸ਼ਾਸਤਰ ਦੇ ਵਿੱਚ ਨਹੀਂ, ਉਹ ਲੋਕਾਂ ਦੇ ਦਿਲਾਂ ਦੇ ਵਿੱਚ ਵੜ ਕੇ ਹੀ ਉਹ ਮਨ ਹੀ ਵਿਗਾੜਦਾ ਹੈ। ਤੇ ਗੁਰੂ ਸਾਹਿਬ ਨੇ ਕਿਹਾ ਸੀ, ਸਾਸਤ ਵੇਦ ਨ ਮਾਨੇ ਕੋਏ, ਆਪੋ ਆਪੀ ਪੂਜਾ ਹੋਏ। ਇਹ ਕਲਯੁਗ ਦਾ ਪ੍ਰਭਾਵ ਹੈ। ਕਿਹੜਾ ਗ੍ਰੰਥ ਹੈ? ਗੀਤਾ ਦੇ ਵਿੱਚ ਵੀ ਇਹੀ ਉਪਦੇਸ਼ ਹੈ ਕਿ ਕਿਸੇ ਮਹਾਤਮਾ ਕੋਲੇ ਜਾਓ, ਉਹ ਤੁਹਾਡੀ ਸੁਰਤ ਨੂੰ ਸ਼ਬਦ ਨਾਲ ਜੋੜੇਗਾ, ਨਾਮ ਨਾਲ ਜੋੜੇਗਾ, ਤੁਸੀਂ ਅੰਦਰ ਵੜੋ। ਇਹ ਚਾਰ ਵੇਦਾਂ ਦੇ ਅੰਦਰ ਗੁਰੂ ਨਾਨਕ ਸਾਹਿਬ ਕਹਿੰਦੇ ਆ, ਚਾਰ ਪੁਕਾਰੇ ਨਾ ਤੂੰ ਮਾਨੇ, ਵੀ ਚਾਰ ਵੇਦ ਵੀ ਨਾਮ ਦੀ ਮਹਿਮਾ ਗਾਉਂਦੇ ਆ ਕਿ ਬਗੈਰ ਸੰਤਾਂ ਨਾਮ ਨਹੀਂ ਮਿਲਦਾਗਾ। ਉਹ ਨਾਮ ਜਿਹੜਾ ਹੈ ਨਾ ਅੱਖਾਂ ਨਾਲ ਦੇਖਿਆ ਜਾਂਦਾ, ਨਾ ਕੰਨਾਂ ਨਾਲ ਸੁਣਿਆ ਜਾਂਦਾ, ਉਹ ਕਿਸੇ ਭਾਸ਼ਾ ਦਾ ਲਫ਼ਜ਼ ਨਹੀਂਗਾ, ਉਹ ਬਿਨਾਂ ਬੋਲਿਆ ਕਾਨੂੰਨ ਹੈ, ਬਿਨਾਂ ਲਿਖੀ ਭਾਸ਼ਾ ਹੈ। ਚਾਰ ਪੁਕਾਰੇ ਨਾ ਤੂੰ ਮਾਨੇ, ਵੀ ਚਾਰ ਵੇਦ ਵੀ ਪੁਕਾਰਦੇ ਹੈ। ਖਟ ਵੀ ਏਕਾ ਬਾਤ ਬਕਾਨੇ, 6 ਸ਼ਾਸਤਰ ਵੀ ਨਾਮ ਦੀ ਮਹਿਮਾ ਗਾਉਂਦੇ ਹੈ। 10 ਅਸ਼ਟੀ ਮਿਲ ਏਕੋ ਕਿਹਾ, 10 ਤੇ 18 ਪ੍ਰਾਣ ਵੀ ਨਾਮ ਦੀ ਮਹਿਮਾ ਗਾਉਂਦੇ ਹੈ, ਮਹਾਤਮਾ ਦੀ ਮਹਿਮਾ ਗਾਉਂਦੇ ਹੈ। ਲੇਕਿਨ ਸਾਡੀ ਹਾਲਤ ਕੀ ਹੈ? ਜੋ ਕੁਛ ਧਰਮ ਗ੍ਰੰਥਾਂ ਦੇ ਅੰਦਰ ਦਰਜ ਹੈ ਉਸ ਤੇ ਅਮਲ ਨਹੀਂ ਕਰਦੇਗੇ। ਜਿਹੜੀਆਂ ਅਸੀਂ ਆਪਣੇ ਮਨ ਦੇ ਵਹਿਮ ਪਾਏ ਆ, ਭਰਮ ਪਾਏ ਆ, ਉਹਨਾਂ ਨੂੰ ਅਸੀਂ ਪਕੜੀ ਬੈਠੇ ਹਾਂ। ਸੋ ਸੁਣੋ ਗੌਰ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਜੀ। ਗੌਣ ਮਹੱਲਾ ਪੰਜਵਾਂ, ਪੰਨਾ 864। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੇ ਸ਼ਬਦ ਮੰਤਰ ਮਨ ਮਾਨ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੇ ਸ਼ਬਦ ਮੰਤਰ ਮਨ ਮਾਨ। ਉਹ ਪਰਮਾਤਮਾ ਅਲੱਖ ਹੈ, ਅਸੀਂ ਉਹਨੂੰ ਲੱਖ ਨਹੀਂ ਸਕਦੇ। ਉਹ ਗਮ ਹੈ, ਅਸੀਂ ਉਹਦੀ ਗਮਤਾ ਨਹੀਂ ਸਮਝ ਸਕਦੇ, ਲੱਖ ਨਹੀਂ ਸਕਦੇ। ਉਹ ਗੋਚਰ ਹੈ, ਇਹਨਾਂ ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾਗਾ। ਕਈ ਵਾਰੀ ਦੱਸਦਾ ਹੁੰਦਾ, ਸਭ ਤੋਂ ਪਹਿਲਾਂ ਜਿਹੜੀ ਮਾਤਾ ਹੈ ਉਹ ਬੱਚੇ ਨੂੰ ਪਾਲਦੀ ਹੈ। ਬੱਚੇ ਦੇ ਅੰਦਰ ਮਾਤਾ ਮੋਹ ਪੈਦਾ ਕਰਦੀ ਹੈ, ਆਪਦਾ ਲਗਾਓ ਪੈਦਾ ਕਰਦੀ ਹੈ। ਬੱਚੇ ਨੂੰ ਕੀ ਪਤਾ ਹੈ ਕਿ ਇਹ ਮੇਰੀ ਮਾਤਾ ਹੈ, ਇਹ ਭੈਣ ਹੈ, ਇਹ ਭਰਾ ਹੈ, ਤਾਇਆ ਹੈ, ਚਾਚਾ ਹੈ। ਸਭ ਤੋਂ ਪਹਿਲਾਂ ਅਣਬੋਲੀ ਭਾਸ਼ਾ ਅੱਖਾਂ ਦੇ ਜ਼ਰੀਏ ਮਾਤਾ ਇਸ਼ਾਰਿਆਂ ਨਾਲ ਹੀ ਉਸ ਬੱਚੇ ਨੂੰ ਬੋਲਣ ਦੀ ਜਾਚ ਸਿਖਾਉਂਦੀ ਹੈ। ਜਦ ਕਿਤੇ ਟੁੱਟਾ ਫੁੱਟਾ ਲਫ਼ਜ਼ ਇੱਕ ਵੀ ਬੋਲ ਲੈਂਦਾ ਹੈ, ਮਾਤਾ ਆਏ ਗਏ ਨੂੰ ਹੀ ਦੱਸਦੀ ਹੈ, ਅੱਜ ਇਹਨੇ ਇਹ ਬੋਲ ਲਿਆ, ਮਾਮਾ ਕਹਿ ਲਿਆ ਜਾਂ ਬਾਬਾ ਕਹਿ ਲਿਆ ਜਾਂ ਕੋਈ ਹੋਰ ਲਫ਼ਜ਼ ਬੋਲ ਲਿਆ। तो प्यार पहला किने कीता? माता ने पैदा। इसे तरह वो परमात्मा जिन्हों असीं इन्हां अखां नाल देख नहीं सकते, ਉਹਨੂੰ ਰੱਖ नहीं सकते, वो साडे इंसान की कमजोरी नूं खुद जानदा है। इस वास्ते वो परमात्मा दया दा समुंदर है। वो जद उछलदा है किसी ना किसी संत महात्मा नूं इस संसार दे विच भेजदा है। वो साडे वर्गा ही इंसान हुंदा है, साडे तरह खांदा है, पींदा है, तुरदा है।
ਬੋਲਦਾ ਹੈ, ਲੇਕਿਨ ਸਾਡੇ ਜੀਵਨ ਨਾਲੋਂ ਬੜਾ ਫਰਕ ਹੁੰਦਾ ਹੈ। ਉਹ ਬੜਾ ਛੋਟਾ ਹੋ ਕੇ ਰਹਿੰਦਾ ਹੈ ਸੰਸਾਰ ਦੇ ਵਿੱਚ। ਬਹੁਤ ਛੋਟਾ, ਅਸੀਂ ਉਹਨੂੰ ਸਮਝ ਇਸ ਵਾਸਤੇ ਨਹੀਂ ਸਕਦੇਗੇ। ਉਹਦੇ ਅੰਦਰ ਨਿਮਰਤਾ ਪਰਮਾਤਮਾ ਨੇ ਕਮਾਲ ਦੀ ਰੱਖੀ ਹੁੰਦੀ ਹੈ। ਉਹ ਸਭ ਕੁਝ ਹੁੰਦਿਆਂ ਹੋਇਆਂ ਵੀ ਗਰੀਬ ਬਣ ਕੇ ਰਹਿੰਦਾ ਹੈ। ਤੁਸੀਂ ਸ਼ਬਦ ਸੁਣਿਆ ਸੀ ਹੁਣੇ, ਖੈਰ ਨਾਮ ਦੀ ਪਾਓ ਕਿਰਪਾਲ ਜੀ, ਅਜੈਬ ਰਿਹਾ ਹੈ ਬੋਲ। ਕੀ ਮੰਗਦਾ ਤੇਰੇ ਦਰ ਤੋਂ? ਨਾਮ ਦੀ ਖੈਰ। ਉਹ ਨਾਮ ਦੀ ਖੈਰ ਉਹ ਹੈ ਜਿਹਨੂੰ ਅੱਗ ਨਹੀਂ ਸਾੜ ਸਕਦੀ, ਚੋਰ ਚਰਾ ਨਹੀਂ ਸਕਦਾ, ਠੱਗ ਠੱਗੀ ਨਹੀਂ ਮਾਰ ਸਕਦਾਗਾ। ਇਹ ਖੈਰ ਜਿਹੜੀ ਹੈ ਨਾ ਖਾਂਦਿਆਂ ਮੁੱਕੇ ਨਾ ਖਰਚਿਆਂ ਮੁੱਕੇ। ਇਸ ਵਾਸਤੇ ਗਰੀਬ ਬਣ ਕੇ ਉਹ ਗੁਰੂ ਦੇ ਦਰ ਤੇ ਜਾਂਦਾ ਹੈ, ਰਹਿ ਜਾਂਦਾ ਹੈ। ਜੈਸੇ ਕਿ ਜਿਨ੍ਹਾਂ ਮਹਾਤਮਾ ਤੋਂ ਮੈਨੂੰ 2 ਸ਼ਬਦ ਦਾ ਭੇਦ ਮਿਲਿਆ ਸੀ ਬਾਬਾ ਬਿਸ਼ਨ ਦਾਸ ਤੋਂ, ਮੈਂ ਦੱਸਦਾ ਹੁੰਦਾ ਹੈ ਕਿ ਉਹ ਬੜੇ ਰਾਜੇ ਘਰਾਣੇ ਦੇ ਅੰਦਰ ਪੈਦਾ ਹੋਏ ਸਨ, ਬੜੇ ਅੱਛੇ ਪੜ੍ਹੇ ਲਿਖੇ ਸਨ। ਉਹਨਾਂ ਨੇ ਜਾ ਕੇ ਬਾਬਾ ਅਮੋਲਕ ਦਾਸ ਤੇ ਕੋਈ ਹੋਰ ਸਵਾਲ ਨਹੀਂ ਕੀਤਾ, ਕਿਸੇ ਵੇਦ ਦਾ, ਗ੍ਰੰਥ ਦਾ। ਇੱਕੋ ਹੀ ਸਵਾਲ ਸੀ ਕਿ ਮਹਾਰਾਜ ਜੀ ਨਰਕ ਚੋਂ ਕੱਢ ਦਿਓ। ਇਹਦਾ ਨਾਂ ਨਿਮਰਤਾ ਹੈ, ਆਜੀ ਹੈ। ਸੋ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਆ, ਉਹ ਪ੍ਰਮਾਤਮਾ ਇਨਸਾਨ ਨੂੰ ਭੇਜਦਾ ਹੈ। ਉਹ ਬੜਾ ਛੋਟਾ ਹੋ ਕੇ ਰਹਿੰਦਾ ਹੈ, ਸਾਡੇ ਵਿੱਚ ਰਹਿੰਦਾ ਹੈ। ਉਹ ਇਸ ਤਰ੍ਹਾਂ ਆਉਂਦਾ ਹੈ, ਜਿਵੇਂ ਮੈਂ ਮਿਸਾਲ ਦਿੰਦਾ ਹੁੰਦਾ ਕਿ ਜਿਸ ਤਰ੍ਹਾਂ ਕਿਸੇ ਦੇ ਬੱਚੇ ਨੂੰ ਖਾਨਾ ਬਦੋਸ਼ ਉਠਾ ਕੇ ਲੈ ਜਾਂਦੇ ਹੈ। ਪਿਤਾ ਦੇ ਅੰਦਰ ਮਮਤਾ ਹੁੰਦੀ ਹੈ, ਉਹ ਮਮਤਾ ਦਾ ਵਧਿਆ ਆਪਦੇ ਬੱਚੇ ਦੀ ਭਾਲ ਵਿੱਚ ਨਿਕਲਦਾ ਹੈ ਕਿ ਮੈਨੂੰ ਕਿਵੇਂ ਨਾ ਕਿਵੇਂ ਮੇਰਾ ਪੁੱਤਰ ਮਿਲ ਜਾਵੇ। ਉਹਨੂੰ ਪਤਾ ਹੁੰਦਾ ਹੈ ਕਿ ਇਹਨਾਂ ਖਾਨਾ ਬਦੋਸ਼ਾਂ ਦੇ ਵਿੱਚ ਰਹਿ ਰਿਹਾ ਹੈ। ਉਹ ਉਹਨਾਂ ਦੀ ਭਾਸ਼ਾ ਬੋਲਦਾ ਹੈ, ਬੋਲੀ ਸਿੱਖਦਾ ਹੈ, ਉਹੋ ਜਿਹੇ ਕੱਪੜੇ ਪਾਉਂਦਾ ਹੈ। ਉਹ ਲੜਕੇ ਨੇ ਨਾਲ ਤਾਂ ਕੀ ਉਸ ਪਿਤਾ ਨੂੰ ਪਛਾਣਨਾ ਸੀ, ਉਹਦੀ ਗੱਲ ਸੁਣਨ ਵਾਸਤੇ ਵੀ ਤਿਆਰ ਨਹੀਂ ਹੁੰਦਾਗਾ। ਪਰ ਜਿਹੜੀ ਨਿਤ ਦੀ ਸੋਭਤ ਹੈ, ਤੁਹਾਨੂੰ ਪਤਾ ਹੈ ਜੇ ਆਪਾਂ ਚੰਗੀ ਸੋਭਤ ਕਰਾਂਗੇ ਚੰਗਾ ਰੰਗ ਚੜ੍ਹੇਗਾ, ਮਾੜੇ ਦੀ ਸੋਭਤ ਕਰਾਂਗੇ ਇੱਕ ਦਿਨ ਆਪਣੇ ਤੇ ਵੀ ਅਸਰ ਹੋ ਜਾਏਗਾ। ਇਸ ਵਾਸਤੇ ਮਹਾਤਮਾ ਚੰਗੀ ਸੋਭਤ ਤੇ ਸਤਸੰਗ ਤੇ ਜ਼ੋਰ ਦਿੰਦੇ ਹੈ। ਸੋ ਆਪ ਰੋਜ਼ ਦੀ ਜਦੋਂ ਉਹਦੇ ਨਾਲ ਸੰਗਤ ਹੋਈ, ਗੱਲਾਂ ਸੁਣਨ ਲੱਗਿਆ, ਉਹ ਹੌਲੀ ਹੌਲੀ ਕਹਿੰਦਾ, ਦੇਖ ਬੇਟਾ, ਤੇਰਾ ਘਰ ਜਿਹੜਾ ਹੈ ਉੱਥੇ ਮੌਤ ਨਹੀਂ, ਪੈਦਾਇਸ਼ ਨਹੀਂ, ਤੂੰ ਬੜੇ ਘਰ ਦਾ ਲੜਕਾ ਹੈ, ਤੂੰ ਬਹੁਤ ਉੱਚੇ ਪਿਤਾ ਦਾ ਸਾਹਿਬਜ਼ਾਦਾ ਹੈ। ਹੌਲੀ ਹੌਲੀ ਲੜਕਾ ਪਿਤਾ ਦੀਆਂ ਗੱਲਾਂ ਤੇ, ਉਸ ਇਨਸਾਨ ਦੀਆਂ ਗੱਲਾਂ ਤੇ ਇਤਬਾਰ ਕਰਦਾ ਹੈ। ਇੱਕ ਦਿਨ ਉਹਦੇ ਅੰਦਰ ਵੀ ਆਪਦੇ ਵਤਨ ਦੀ ਯਾਦ ਜਾਗ ਆਉਂਦੀ ਹੈ। ਉਹ ਲੈ ਕੇ ਨਾਲ ਆ ਜਾਂਦਾ ਹੈ, ਉਸ ਨੂੰ ਉਸ ਮਹੱਲਾ ਦਾ ਬਾਦਸ਼ਾਹ ਬਣਾ ਦਿੰਦਾ ਹੈ। ਇਸੇ ਤਰ੍ਹਾਂ ਉਹ ਪ੍ਰਮਾਤਮਾ ਸਾਡੀ ਭਾਲ ਵਿੱਚ ਨਿਕਲਿਆ ਹੈ। ਕ੍ਰੈਸ਼ ਜਦ ਕਈ ਜਗ੍ਹਾ ਦੇ ਉੱਤੇ ਫਿਰਦਾ ਸੀਗਾ, ਲੋਕਾਂ ਨੇ ਪੁੱਛਿਆ ਕਿ ਮਹਾਤਮਾ ਤੂੰ ਮਾਰਿਆ ਮਾਰਿਆ ਕਿਉਂ ਫਿਰਦਾ ਹੈ, ਤੇਰਾ ਕੀ ਗੁਆਚਿਆ ਹੈ? ਉਹ ਕਹਿਣ ਲੱਗਿਆ, ਮੈਂ ਆਪਦੀਆਂ ਭੇਡਾਂ ਭਾਲਦਾ ਹੈ। ਆਤਮਾ ਨੂੰ ਭੇਡ ਕਰਕੇ ਬਿਆਨ ਕੀਤਾ ਹੈ। ਇਸੇ ਵਾਸਤੇ ਪਲਟੂ ਸਾਹਿਬ ਕਹਿੰਦੇ ਹੈ, ਉਹਨੇ ਕਿਹਾ ਹੈ ਚਾਹ ਫਿਰਦਾ ਹੈ ਮੁਲਕ ਬਥੇਰਾ, ਕਿ ਸੰਤ ਕਿਸੇ ਥਾਂ ਕੋਈ ਧਨ ਦੌਲਤ ਇਕੱਠੀ ਕਰਨ ਨਹੀਂ ਜਾਂਦੇ ਗਏ, ਉਹ ਕੋਈ ਮਾਨਵੜੇ ਨੂੰ ਨਹੀਂ ਜਾਂਦੇ ਗਏ। ਉਹਨੇ ਕਿਹਾ ਹੈ ਚਾਹ ਫਿਰਦਾ ਹੈ ਮੁਲਕ ਬਥੇਰਾ, ਜੀਵ ਤਾਰਨ ਕਾਰਨੇ ਸਹਿੰਦੇ ਦੁੱਖ ਬਥੇਰਾ। ਕਿਸ ਤਰ੍ਹਾਂ ਆਪਦੇ ਕਮਜ਼ੋਰ ਸਰੀਰ ਨੂੰ ਲੈ ਕੇ ਤੁਰੇ ਫਿਰਦੇ ਹੈ, ਉਹ ਆਪਣੀਆਂ ਆਤਮਾ ਦੀ ਭਾਲ ਵਿੱਚ ਹੈ। ਕੋਈ ਸੰਸਾਰ ਦੇ ਵਿੱਚ ਆ ਕੇ ਤੁਸੀਂ ਗੁਰੂ ਨਾਨਕ ਦੀ ਹਿਸਟਰੀ ਪੜ੍ਹ ਕੇ ਦੇਖੋ, ਕਿਸ ਤਰ੍ਹਾਂ ਤੁਰ ਕੇ ਉਹ ਲੰਕਾ ਤੱਕ, ਬਗਦਾਦ ਤੱਕ, ਮੱਕੇ ਤੱਕ, ਉਦੋਂ ਤਾਂ ਪੈਦਲ ਚੱਲਦੇ ਸਨ। ਅੱਜ ਸਾਧਨ ਹੈ, ਅੱਜ ਦੇ ਮਹਾਤਮਾ ਉਦੋਂ ਵੀ ਦੂਰ ਯਾਤਰਾ ਕਰਦੇ ਹੈ।
ਸੋ ਪਿਆਰਿਓ, ਇਸ ਵਾਸਤੇ ਉਹ ਮਾਲਕ ਸਾਡੀ ਭਾਲ 'ਚ ਸਾਡੇ ਵਰਗਾ ਆ ਜਾਂਦਾ ਬਣ ਕੇ। ਅਸੀਂ ਉਸ ਮਾਲਕ ਦੇ ਪਿਆਰਿਆਂ ਦੀ ਬਾਤ ਤਾਂ ਕੀ ਸੁਣਨੀ ਹੁੰਦੀ ਹੈ। ਤੁਹਾਨੂੰ ਪਤਾ ਹੈ, ਜਿਸ ਮਹਾਤਮਾ ਗੁਰੂ ਅਰਜਨ ਦੇਵ ਦੀ ਆਪਾਂ ਬਾਣੀ ਪੜ੍ਹਦੇ ਹਾਂ, ਤੁਸੀਂ ਦੇਖ ਲਓ ਇਹਨਾਂ ਅੰਦਰ ਕਿੰਨੀ ਨਿਮਰਤਾ ਸੀ, ਕਿੰਨਾ ਸਾਡੇ ਤੇ ਰਹਿਮ ਕੀਤਾ। ਅਸੀਂ ਲੋਕਾਂ ਨੇ ਉਹਨਾਂ ਨਾਲ ਕੀ ਕੀਤਾ ਬਈ, ਤੱਤੇ ਤਵੇ ਤੇ ਬਿਠਾਇਆ, ਇਸ ਨੂੰ ਉਬਲਦੀ ਦੇਗ ਵਿੱਚ ਬਿਠਾਤਾ, ਤੱਤਾ ਰੇਤ ਸਿਰ ਵਿੱਚ ਪਵਾਤਾ। ਕਬੀਰ ਸਾਹਿਬ ਕਹਿੰਦੇ, ਕਿਆ ਅਪਰਾਧ ਸੰਤ ਹੈ ਕੀਨਾ। ਕੀ ਅਪਰਾਧ ਕੀਤਾ ਬਈ ਇਹਨਾਂ ਨੇ? ਕਦੇ ਕਿਸੇ ਸੰਤ ਨੇ ਕਿਸੇ ਨੂੰ ਸਰਾਫ ਨਹੀਂ ਦਿੱਤਾ, ਵਰ ਜ਼ਰੂਰ ਦੇ ਦਿੰਦੇ ਹੈ ਕਿ ਹੇ ਪ੍ਰਮਾਤਮਾ ਤੂੰ ਇਹਨਾਂ ਨੂੰ ਬਖਸ਼, ਇਹਨਾਂ ਨੂੰ ਪਤਾ ਨਹੀਂ ਅਸੀਂ ਕਿੰਨਾ ਮਾੜਾ ਕਰ ਰਹੇ ਹਾਂ। ਇਸ ਵਾਸਤੇ ਉਹ ਪ੍ਰਮਾਤਮਾ ਜਦੋਂ ਸਾਡੇ ਵਰਗਾ ਬਣ ਕੇ ਆਉਂਦਾ, ਗੁਰੂ ਅਰਜਨ ਦੇਵ ਕਹਿੰਦੇ ਆ ਕੀ ਕਰੋ। ਉਹ ਕਿਸ ਤਰ੍ਹਾਂ ਸਮਝਾਉਂਦਾ ਕਿ ਦੇਖ ਪਿਆਰਿਆ, ਨਾਮ ਦੋ ਪ੍ਰਕਾਰ ਦਾ ਹੈ, ਇੱਕ ਵਰਨਾਤਮਕ ਹੈ, ਦੂਜਾ ਧੁਨਾਤਮਕ ਹੈ। ਵਰਨਾਤਮਕ ਨਾਮ ਉਹ ਹੈ ਜਿਹੜਾ ਬੋਲਿਆ ਜਾਏ, ਪੜ੍ਹਿਆ ਜਾਏ, ਉਚਾਰਿਆ ਜਾਏ। ਇਹ ਵੀ ਚਾਰ ਪ੍ਰਕਾਰ ਦਾ ਹੈ, ਪਰਾ ਹੈ, ਬਸੰਤੀ ਹੈ, ਮਧਮ ਹੈ, ਬੈਖਰੀ ਹੈ। ਇੱਕ ਧੁਨਾਤਮਕ ਨਾਮ ਹੈ ਜਿਹਦੇ ਸਾਰੇ ਵੇਦ ਸ਼ਾਸਤਰ ਮਹਿਮਾ ਕਰਦੇ ਹੈ, ਜਿਹੜਾ ਲਿਖਣ ਪੜ੍ਹਨ ਬੋਲਣ ਵਿੱਚ ਨਹੀਂ ਆਉਂਦਾਗਾ, ਜਿਹਦੇ ਆਧਾਰ ਤੇ ਸਾਡੇ ਖੰਡ ਬ੍ਰਹਮੰਡ ਚੱਲਦੇ ਹੈ। ਤੋ ਗੁਰੂ ਅਰਜਨ ਦੇਵ ਜੀ ਕਹਿੰਦੇ, ਜਦੋਂ ਮਹਾਤਮਾ ਦੇ ਪਾਸ ਜਾਓਗੇ ਉਹ ਤੁਹਾਨੂੰ ਦੋਵੇਂ ਪ੍ਰਕਾਰ ਦਾ ਨਾਮ ਦੱਸਣਗੇ। ਇੱਕ ਉਹ ਤੁਹਾਨੂੰ ਜਿਹਨੂੰ ਅਸੀਂ ਮੰਤਰ, ਜਿਸ ਨੂੰ ਗੁਰੂ ਨਾਨਕ ਨੇ ਮਹਾ ਮੰਤਰ ਕਰਕੇ ਬਿਆਨ ਕੀਤਾ ਹੈ, ਉਹ ਆਪਣਾ ਕਮਾਇਆ ਹੋਇਆ ਇਹ ਸਿਮਰਨ ਤੁਹਾਨੂੰ ਦੇਣਗੇ। ਕਹਿਣ ਲੱਗੇ ਤੁਸੀਂ ਉਹਨਾਂ ਨੂੰ ਲਫ਼ਜ਼ ਨਾ ਸਮਝੋ, ਭਾਵੇਂ ਤੁਸੀਂ ਉਹਨਾਂ ਨੂੰ ਪਹਿਲਾਂ ਜਾਣਦੇ ਹੋ। ਤੁਸੀਂ ਦੇਖ ਲਓ, ਜੇ ਆਪਾਂ ਕਿਸੇ ਦੇ ਉਹੀ ਬੰਬ ਹੁੰਦਾ ਹੈ, ਕਿਸੇ ਤੇ ਮਾਰਾਂਗੇ ਤਾਂ ਕਿੰਨੀ ਕੁ ਸੱਟ ਕਰੇਗਾ। ਜਦ ਉਹਨੂੰ ਆਪਾਂ ਤੋਪ ਦੇ ਵਿੱਚ ਪਾ ਕੇ ਛੱਡਦੇ ਹਾਂ, ਕਿੰਨੀ ਮਾਰ ਕਰਦਾ ਹੈ। ਬਾਣੀ ਉਹ ਹੁੰਦੀ ਹੈ, ਲਫ਼ਜ਼ ਉਹ ਹੀ ਹੁੰਦੀ ਹੈ। ਜਦ ਮਹਾਤਮਾ ਦੀ ਕਮਾਈ ਵਾਲੇ ਦੀ ਜ਼ੁਬਾਨ ਤੇ ਆ ਜਾਂਦੀ ਹੈ, ਅੱਗੇ ਮਾਰ ਕਰ ਜਾਂਦੀ ਹੈ। ਇਸ ਵਾਸਤੇ ਆਪ ਕਹਿੰਦੇ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਹੁਣ ਉਹ ਪ੍ਰਮਾਤਮਾ ਵਿਨਾਸ਼ੀ ਹੈ, ਰੂਪ ਨਾ ਰੇਖ, ਰੰਗ ਠਾਕਰ ਅਬਿਨਾਸ਼। ਗੁਰੂ ਅਰਜਨ ਦੇਵ ਜੀ ਇੱਕ ਜਗ੍ਹਾ ਕਹਿੰਦੇ ਆ ਉਹ ਅਬਿਨਾਸ਼ ਹੈ। ਉਹਦਾ ਕਿਸ ਤਰ੍ਹਾਂ ਧਿਆਨ ਧਰੀਏ ਬਈ? ਸੋ ਸਰੂਪ ਸੰਤਨ ਕਥੇ ਵਿਰਲੇ ਯੁਗੀਸ਼ਰ। ਉਹ ਸਰੂਪ ਜਿਹੜਾ ਰੂਪ ਰੇਖ ਰੰਗ ਭੇਖ ਤੋਂ ਨਿਆਰਾ ਹੈ, ਜਿਨ੍ਹਾਂ ਮਾਲਕ ਦੇ ਪਿਆਰਿਆਂ ਨੇ ਉਸ ਨੂੰ ਦੇਖਿਆ। ਸੋ ਸਰੂਪ ਸੰਤਨ ਕਥੇ ਵਿਰਲੇ ਯੁਗੀਸ਼ਰ। ਕਰ ਕਿਰਪਾ ਜਾਂ ਕੋ ਮਿਲੇ ਧਨ ਧਨ ਤੇ ਈਸ਼ਰ। ਧਨ ਆ ਉਹ ਪ੍ਰਮਾਤਮਾ ਜਿਹੜਾ ਐਸੇ ਮਹਾਤਮਾ ਦੇ ਪਾਸ ਸਾਨੂੰ ਲਿਜਾਂਦਾ ਹੈ। ਕਿਉਂ ਅਸੀਂ ਉਹ ਦੇਖਿਆ ਨਹੀਂ। ਇਸ ਵਾਸਤੇ ਗੁਰ ਕੀ ਮੂਰਤ, ਉਹ ਪ੍ਰਮਾਤਮਾ ਜੋ ਇਹ ਸੰਸਾਰ ਲੈਵਲ ਤੇ ਆਉਂਦਾ ਹੈ, ਅਸੀਂ ਉਸਦੇ ਸਰੂਪ ਦਾ ਧਿਆਨ ਧਰਦੇ ਹਾਂ। ਪਹਿਲਾਂ ਸਾਨੂੰ ਇਹ ਲੱਗਦਾ ਹੈ ਕਿ ਇਨਸਾਨ ਹੈ। ਜੋ ਤੁਸੀਂ ਸਿਮਰਨ ਕਰਕੇ ਅੱਖਾਂ ਦੇ ਪਿੱਛੇ ਜਾਂਦੇ ਹੈ, ਅਸੂਲ ਪਰਦਾ ਲਾ ਦਿੰਦੇ ਹੈ, ਉਹੀ ਸਤਿਗੁਰੂ ਸਾਨੂੰ ਸੂਖਸ਼ਮ ਰੂਪ ਧਾਰਦਾ ਹੈ। ਜੇ ਬਰਮ ਜਾਣੇ ਆ, ਉਹਦਾ ਬਰਮ ਰੂਪ ਹੈ। ਜਦ ਇਹ ਤਿੰਨੇ ਪੜਦੇ ਲੈ ਕੇ ਕਾਰਨ ਦੇ ਵਿੱਚ ਜਾਂਦੇ ਆ, ਪਾਰਬਨ ਦੇ ਵਿੱਚ ਜਾਂਦੇ ਆ, ਉੱਥੇ ਸ਼ਬਦ ਹੈ। ਜਿਵੇਂ ਜਿਵੇਂ ਉੱਪਰ ਜਾਂਦਾ ਹੈ, ਉਸੇ ਤਰ੍ਹਾਂ ਹੀ ਉਹ ਸਰੂਪ ਬਦਲਦਾ ਜਾਂਦਾ ਹੈ। ਇਸ ਵਾਸਤੇ ਗੁਰੂ ਅਰਜਨ ਦੇਵ ਜੀ ਕਹਿੰਦੇ, ਅਕਾਲ ਮੂਰਤ ਹੈ ਸਾਧ ਸੰਤਨ ਕੀ ਠਹਿਰ ਨੀਕੀ ਧਿਆਨ ਕੋ। ਇਹ ਕਾਲ ਦੇ ਦਾਇਰੇ ਚੋਂ ਪਾਰੋਂ ਆਉਂਦੇ ਹੈ। ਕਿਉਂਕਿ ਜਦੋਂ ਅਸੀਂ ਸਿਮਰਨ ਕਰਦੇ ਹਾਂ, ਉਸ ਵੇਲੇ ਇੱਥੇ ਧਿਆਨ ਰੱਖ ਕੇ ਕਰਦੇ ਹਾਂ, ਖਿਆਲ ਜਾਂਦਾ ਗਿਰ ਜਾਂਦਾ, ਜਾਂਦਾ ਗਿਰ ਜਾਂਦਾ ਹੈ। ਜਦ ਧਿਆਨ ਦੇ ਨਾਲ ਹੀ ਇੱਥੇ ਘਲਿਆਰਨਾ ਹੈ, ਸਿਮਰਨ ਦੇ ਨਾਲ 9 ਦੁਆਰੇ ਖਾਲੀ ਕਰਨੇ ਹੈ, ਧਿਆਨ ਨਾਲ ਇੱਥੇ ਘਲਿਆਰਦੇ ਹੈ। ਇਸ ਵਾਸਤੇ ਮਹਾਰਾਜ ਸਾਵਣ ਸਿੰਘ ਧਿਆਨ ਤੇ ਬੜਾ ਜ਼ੋਰ ਦਿੰਦੇ ਸੀਗੇ। ਉਹ ਤਾਂ ਇੱਥੋਂ ਤੱਕ ਕਹਿੰਦੇ ਸੀਗੇ ਕਿ ਸਤਸੰਗ ਇੱਕ ਐਸਾ ਮੌਕਾ ਹੈ ਤੁਹਾਨੂੰ ਧਿਆਨ ਨੂੰ ਪੱਕਾ ਕਰਨ ਦਾ, ਏਦੋਂ ਹੋਰ ਕੋਈ ਸਾਧਨ ਨਹੀਂਗਾ।
ਤਾਂ ਕਹਿੰਦੇ ਜਦ ਸਤਸੰਗ ਕਰਦੇ ਹੈ ਤੁਸੀਂ ਇਧਰ ਉਧਰ ਗੱਲਾਂ ਨਾ ਕਰੋ, ਦੂਸਰੇ ਦੇ ਤਰਫ ਵੀ ਨਾ ਦੇਖੋ, ਤੁਸੀਂ ਪਾਠੀ ਦੀ ਤਰਫ ਵੀ ਨਾ ਦੇਖੋ। ਫਿਰ ਉਹ ਕਹਿੰਦੇ ਸਤਸੰਗ ਸੁਣ ਲਿਆ ਹੈ, ਜਿਵੇਂ ਜਿਵੇਂ ਗੱਲਾਂ ਕਰੋਗੇ ਉਹ ਸਰੂਪ ਤੁਹਾਡੀਆਂ ਅੱਖਾਂ ਤੋਂ ਓਹਲੇ ਹੁੰਦਾ ਜਾਏਗਾ। ਉਹ ਕਹਿੰਦੇ ਨਹੀਂ, ਚੰਗਾ ਤਾਂ ਉਹੀ ਹੈ ਜਿਹੜਾ ਸਤਸੰਗ ਸੁਣ ਕੇ ਫਿਰ ਅਭਿਆਸ ਕਰੇ। ਇਸ ਵਾਸਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰ ਕੀ ਮੂਰਤ, ਉਹ ਮੂਰਤ ਨਹੀਂ, ਇਹ ਨਹੀਂ ਵੀ ਅਸੀਂ ਉਹਨਾਂ ਦੀ ਪਿਕਚਰ ਲੈ ਜਾਈਏ, ਫੋਟੋ ਲੈ ਜਾਈਏ, ਉਹਦੇ ਅੱਗੇ ਧਿਆਨ ਧਰੀ ਜਾਈਏ। ਮੂਰਤ ਬੇਜਾਨ ਹੈ, ਉਹ ਘਰੇ ਰੱਖਣੀ ਹੈ, ਦੋਸਤ ਸਮਝ ਕੇ ਰੱਖ ਲਓ, ਮਿੱਤਰ ਸਮਝ ਕੇ ਰੱਖ ਲਓ, ਬਜ਼ੁਰਗ ਸਮਝ ਕੇ ਰੱਖ ਲਓ, ਲੇਕਿਨ ਸਰੂਪ ਦਾ ਧਿਆਨ। गुर की मूर्त मन में मान, मन में ध्यान, गुर का शब्द मंत्र मन मान। वो जिहड़ा तुहानू एक मंत्र 9 द्वारे खाली करन नूं दिंदे है, उस नूं जपो ताकि 9 द्वारे खाली होके तुहाडा ध्यान इत्थे एकाग्र हो जाए। 9 द्वारे जिहड़े है, 2 अखां है, कंन है, मूँह, हेठ इंद्रियां दे सुराख हन, ये बाहर दुनिया की तरफ खुलते हैं। लेकिन जो परमात्मा की तरफ साडा बूहा खुलता है, जिसनों 10वां द्वार कहते हैं, वो अंदर है। जिसनों गुरु साहब ने कहा यह शरीर महल है, किला है, ये 9 दरवाजे है। 9 दरवाजे काया कोट गढ़, इस गढ़ दे किले दे 10वां गुप्त रखीजा, वो गुप्त है बजर कवाड़। परमात्मा ने सानू अखां दे जरिए बाहर कढ़ के आ बजर कवाड़ ला के बैठ गया है। बजर कवाड़ ना खुले, गुर शब्द खुली जाए। कोई महात्मा मिले उही थोड़ा बजर का कवाड़ खोलेगा। गुर कुंजी पाहु निवल मन कोठा तन छत, नानक गुर बिन मन का ताक न उगड़े अवर न कुंजी हथ। वो परमात्मा ने भेजा है, उन्हें चाबी दे के भेजा है, नाम चाबी है। इस वास्ते गुरु साहब प्यार ना कहते हैं कि भाई उन्होंने स्वरूप का ध्यान करो, जो थानू मंत्र दिंदे है उन्हें शरधा नाल प्यार ना जपो जी। गुर की मूरत मन में ध्यान, गुर के शब्द मंत्र मन मान, गुर के चारण हृदय ले तारो, गुर पार ब्रह्म सदा नमस्कार। हुण गुरु साहब कहते हैं बड़े प्यार ना, असी बाहरले चरणों नूं भी नमस्कार करते हैं, क्योंकि अल्प बे जो कुछ संतां दी देह तो शुरू हुंदी है। जे बाहर सानू चरण ना मिलते, अंदर असी प्राप्त ही ना कर सकते। गुर पार ब्रह्म सदा नमस्कारो। जब असी सिमर दे जरिए ख्याल नूं इकट्ठा करते हैं, अखां दे पिछे एकाग्र करते हैं, स्थूल सूक्ष्म कारण तिन्ने पढ़ते आत्मा तो ला के पार ब्रह्म दे पहुंच जाते हैं। ये स्वरूप जिसकी गुरु अर्जन देव जी महिमा करते हैं, 10वें द्वार तो ऊपर जाके साडे अंदर प्रगट हो जाता है। वो चरण जिहड़े नूरी है, तुसीं साहब कहंदे एक 9वें गुरु दा अंदर आ जावे ते सारा जिस्म प्रकाशना भर जाता है। इस वास्ते आप प्यार ना कहंदे है गुर के चरण हृदय लै धारो, गुर पार ब्रह्म सदा नमस्कारो। नाम ले लिया है, तिन्ने पढ़दे आत्मा तो ला के पार ब्रह्म दे विच पहुंचो। मैं पहले ही दस्या सी उत्थे गुरु का की स्वरूप है। जिवें जिवें सेवक अंदर जाता है, तरक्की करता है, उवें उवें आपदा स्वरूप धारदा है। गुर पार ब्रह्म सदा नमस्कारो। इंसान नहीं, इंसान तो सानू बाहर ही दिसदे है। इस वास्ते अंदर जाने हैं, फिर पता लगता है। जिवें बुले नूं ओहदियां भैणां पुछण लगियां, भरजाइयां, समाज वाले पुछण लगे कि तू सज्जद है, उच्ची जाति है। मुसलमानां दे अंदर सजदां दी बड़ी ही इज्जत है। तो
ਉਹ ਉਰਾਈ ਹੈ, ਕਿਉਂਕਿ ਉਸ ਦਾ ਜਿਹੜਾ ਮੁਰਸ਼ਿਦ ਸੀ ਉਹ ਉਰਾਈ ਸੀ, ਖੇਤੀ ਦਾ ਕੰਮ ਕਰਦਾ ਸੀਗਾ। ਸਾਰੀ ਦੁਨੀਆ ਮੱਕੇ ਦੀ ਤਰਫ ਜਾਂਦੀ ਹੈ, ਤੂੰ ਉਰਾਈਆਂ ਦੀ ਤਰਫ ਜਾਣਾ ਹੈ, ਇਹਦੇ ਵਿੱਚ ਕੀ ਭੇਦ ਹੈ? ਤੇ ਬੁੱਲੇ ਸ਼ਾਹ ਕਹਿੰਦਾ ਵੀ ਜਿਹੜਾ ਤਾਂ ਕੋਈ ਬਾਹਰੋਂ ਦੇਖੇਗਾ ਉਸ ਨੂੰ ਤਾਂ ਉਹਦੇ ਗਲ ਵਿੱਚ ਕੱਪੜੇ ਹੀ ਹੈ, ਜਿਹੜਾ ਕੋਈ ਅੰਦਰੋਂ ਦੇਖੇਗਾ ਉਹ ਬਿਹਿਸ਼ਤ ਦੇ ਵਿੱਚ ਹੀ ਨਹੀਂ ਥੁੱਕਦਾ ਜਾ ਕੇ। ਹੁਣ ਜੇ ਤੁਸੀਂ ਮਾਲਕ ਦੇ ਦਰ ਜਾਣਾ ਹੈ ਤੇ ਮੈਨੂੰ ਹੁਣ ਸਜਦ ਨਾ ਸੱਦੋ, ਬਲਕਿ ਅਰਾਈ ਕਹੋ। ਗੁਰੂ ਅਰਜਨ ਦੇਵ ਨੇ ਕਿਹਾ, ਹਾਲਾਂਕਿ ਇਹਨਾਂ ਦਾ ਪਿਤਾ ਲੱਗਦਾ ਸੀਗਾ ਗੁਰੂ ਰਾਮਦਾਸ, ਜਦੋਂ ਅੰਦਰ ਗਏ ਤੇ ਫੇਰ ਕਿਹਾ, ਮੈਂ ਦੇਖ ਦੇਖ ਨਾ ਰੱਜਹਾ ਗੁਰ ਸਤਿਗੁਰ ਦੇਹਾ, ਕਿ ਧਨ ਹੈ ਤੂੰ ਕਿਸ ਤਰ੍ਹਾਂ ਕੁੱਜੇ ਦੇ ਵਿੱਚ ਸਮੁੰਦਰ ਬੰਦ ਹੋਇਆ ਬੈਠਾ ਹੈ। ਬਾਹਰ ਦੇਖਦਾ ਹੈ ਤਾਂ ਇਨਸਾਨ ਹੈ, ਅੰਦਰ ਦੇਖਦਾ ਹੈ ਪਰਮਾਤਮਾ ਤੋਂ ਤੂੰ ਵੱਖ ਨਹੀਂਗਾ ਜੀ। ਗੁਰ ਕੇ ਚਰਨ ਹਿਰਦੇ ਲੈ ਤਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ, ਮਾਤੇ ਕੋ ਪਰਮ ਭੁਲੇ ਸੰਸਾਰ, ਗੁਰ ਬਿਨ ਕੋਈ ਨਾ ਉਤਰਸ ਪਾਰ। ਗੁਰੂ ਅਰਜਨ ਦੇਵ ਬੜੇ ਪਿਆਰ ਨਾਲ ਸਾਨੂੰ ਸਮਝਾ ਰਹੇ ਹੈ, ਬੜੇ ਦ੍ਰਿੜ ਵਿਸ਼ਵਾਸ ਨਾਲ ਕਹਿੰਦੇ ਆ, ਚਾਹੇ ਕੋਈ ਕਿਸੇ ਵੀ ਜਾਤੀ 'ਚ ਕਿਉਂ ਨਹੀਂ ਗਾ, ਚਾਹੇ ਹਿੰਦੂ ਹੈ, ਮੁਸਲਮਾਨ ਹੈ, ਈਸਾਈ ਹੈ, ਸਿੱਖ ਹੈ, ਅਮਰੀਕਾ ਦੇ ਰਹਿਣ ਵਾਲਾ ਹੈ, ਚਾਹੇ ਹਿੰਦੁਸਤਾਨ ਦੇ ਰਹਿਣ ਵਾਲਾ ਹੈ, ਉਹ ਪਿਆਰਿਓ ਤੁਸੀਂ ਇਸ ਭਰਮ 'ਚ ਨਾ ਰਹੋ ਕਿ ਗੁਰੂ ਪੀਰ ਦੀ ਲੋੜ ਨਹੀਂ। ਇਹ ਸਾਡੇ ਮਨ ਦਾ ਬਹਾਨਾ ਹੈ, ਸਾਨੂੰ ਮਨ ਨੇ ਚੱਕਰ 'ਚ ਪਾਤਾ ਕਾਲ ਨੇ, ਕਿਉਂਕਿ ਕਾਲ ਨੇ ਤਨ ਸਾਜ ਕੇ ਨਾਲ ਮਨ ਲਾਤਾ। ਮਨ ਦੀ ਡਿਊਟੀ ਹੈ ਵੀ ਕੋਈ ਆਤਮਾ ਨਾ ਭਗਤੀ ਨਾ ਕਰੇ, ਕਿਉਂਕਿ ਮਨ ਨੂੰ ਕੈਦ ਹੋਣਾ ਪੈਂਦਾ ਹੈ। ਇਸ ਵਾਸਤੇ ਅਸੀਂ ਕਹਿ ਦਿੰਦੇ ਹਾਂ ਗੁਰੂ ਪੀਰ ਦੀ ਤਾਂ ਕੋਈ ਲੋੜ ਹੀ ਨਹੀਂ। ਕਿਸੇ ਗ੍ਰੰਥ ਦੇ ਵਿੱਚ ਨਹੀਂ ਲਿਖਿਆਗਾ ਵੀ ਕੋਈ ਗੁਰੂ ਪੀਰ ਦੀ ਲੋੜ ਨਹੀਂ ਗੀ। ਹਰ ਗ੍ਰੰਥ ਦੇ ਅੰਦਰ ਇਹੀ ਲਿਖਿਆ ਹੈ ਕਿ ਪਿਆਰਿਓ ਗੁਰੂ ਬਗੈਰ ਨਾਮ ਨਹੀਂ ਮਿਲਦਾ, ਨਾਮ ਤੋਂ ਬਗੈਰ ਮੁਕਤੀ ਨਹੀਂ। ਇਸ ਵਾਸਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਹੈ, ਮਤ ਕੋ ਭਰਮ। ਉਹ ਪਿਆਰਿਓ ਤੁਸੀਂ ਇਸ ਭਰਮ 'ਚ ਨਾ ਰਹੋ, ਗੁਰਬਿਨ ਕੋਈ ਨਾ ਉਤਰ ਸਪਾਰ। ਮੈਂ ਦੱਸਦਾ ਹੁੰਦਾ, ਪਰਮਾਤਮਾ ਨੇ ਨਾਮ ਦਾ ਬੇੜਾ ਸਾਜ ਕੇ ਸੰਤਾਂ ਦੇ ਹਵਾਲੇ ਕਰ ਦਿੱਤਾ। ਉਹ ਨਾਮ ਦਾ ਬੇੜਾ ਲੈ ਕੇ ਆਉਂਦੇ ਹੈ ਸੰਸਾਰ ਦੇ ਵਿੱਚ। ਉਹ ਬੇੜੇ ਨੂੰ ਨਾ ਅੱਗ ਦੀ ਜ਼ਰੂਰਤ ਹੈ, ਨਾ ਕਿਸੇ ਹੋਰ ਈਂਧਨ ਦੀ ਜ਼ਰੂਰਤ ਹੈ, ਨਾ ਪੈਟਰੋਲ ਦੀ, ਨਾ ਡੀਜ਼ਲ ਦੀ। ਉਹਦੇ ਖੁਦ ਮਲਾਹ ਹੈ। ਜੋ ਲੋਕ ਪੱਕੇ ਭਰੋਸੇ ਨਾਲ ਉਸ ਬੇੜੇ 'ਚ ਸਵਾਰ ਹੋ ਜਾਂਦੇ ਹੈ ਤਾਂ ਸੰਤ ਭਵ ਸਾਗਰ ਦੀਆਂ ਲਹਿਰਾਂ ਤੋਂ ਉਹਨੂੰ ਬਚਾ ਕੇ ਪਾਰ ਲੈ ਜਾਂਦੇ ਹੈ। ਬਾਕੀ ਜੋ ਡਾਵਾਡੋਲ ਮਨ ਨਾਲ ਉਸ ਬੇੜੇ ਨੂੰ ਪਕੜਦੇ ਹੈ ਉਹ ਭੰਮਟਾਂ ਦੀ ਨਹੀਂ, ਇੱਥੇ ਹੀ ਰਹਿ ਜਾਂਦੇ ਵਿਚਾਰੇ। ਇਸ ਵਾਸਤੇ ਆਪ ਕਬੀਰ ਸਾਹਿਬ ਵੀ ਕਹਿੰਦੇ ਹੈ, ਕਥਾ ਕੀਰਤਨ ਕਰ ਵਿਖੇ ਭਵ ਸਾਗਰ ਕੀ ਨਾਵ, ਕਹੇ ਕਬੀਰ ਜਗ ਤਰਨ ਕੋ ਨਾਹੀ ਔਰ ਅਪਾਵ। ਹੋਰ ਕੋਈ ਅਪਾਉ ਹੀ ਨਹੀਂਗਾ। ਜੋ ਅਰਜਨ ਦੇਵ ਜੀ ਕਹਿੰਦੇ ਆ, ਇਹੀ ਸਭ ਸੰਤ ਕਹਿ ਰਹੇ ਆ ਜੀ। ਮਾਤੇ ਕੋ ਪਰਮ ਭੁਲੇ ਸੰਸਾਰ, ਗੁਰੂ ਬਿਨ ਕੋਈ ਨਾ ਉਤਰਸ ਪਾਰ। ਭੂਲੇ ਕੋ ਗੁਰ ਮਾਰਗ ਪਾਇਆ, ਅਮਰਤ ਆਗ ਹਰ ਭਗਤੀ ਲਾਇਆ। ਅਸੀਂ ਪ੍ਰਮਾਤਮਾ ਨੂੰ ਭੁੱਲ ਚੁੱਕੇ ਹਾਂ, ਪਤਾ ਨਹੀਂ ਕਿੰਨੇ ਜਨਮਾਂ ਦੇ ਭੁੱਲੇ ਹੋਏ ਆ। ਆ ਦੁੱਖਾਂ ਦੀ ਨਗਰੀ ਦੇ ਵਿੱਚ ਕਿਉਂ ਪੀੜੀਦੇ ਆ ਬਈ? ਇੱਥੇ
ਇੱਥੇ ਬੇਸ਼ੱਕ ਅਸੀਂ ਕਹਿ ਦਈਏ ਵੇਖਣ 'ਚ ਅਗਲਾ ਲੱਗਦਾ ਸਾਨੂੰ ਵੀ ਬੜਾ ਸੌਖਾ ਹੈ, ਚਿਕਣਾ ਚੋਪੜਿਆ ਹੈ, ਲੇਕਿਨ ਜਦ ਇਕੱਲੇ ਨੂੰ ਮਿਲਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਫੋੜੇ ਦੀ ਤਰ੍ਹਾਂ ਭਰਿਆ ਪੀਤਾ ਹੈ। ਕਿਸੇ ਨੂੰ ਕਰਜ਼ਾ ਲੈਣ ਦਾ ਦੁੱਖ ਹੈ, ਕਿਸੇ ਨੂੰ ਦੇਣ ਦਾ ਦੁੱਖ ਹੈ। ਕਿਸੇ ਦੇ ਕੋਈ ਬੱਚਾ ਨਹੀਂ, ਉਹ ਤੜਫਦਾ ਫਿਰਦਾ ਦਿਨ ਰਾਤ। ਕੋਈ ਬੱਚਿਆਂ ਦੇ ਹੱਥੋਂ ਤੰਗ ਆਇਆ ਪਿਆ ਹੈ। ਕਿਸੇ ਦੀ ਸ਼ਾਦੀ ਨਹੀਂ ਹੁੰਦੀ, ਉਹ ਪਿੱਟਦਾ ਫਿਰਦਾ ਹੈ। ਕੋਈ ਔਰਤ ਦੇ ਹੱਥੋਂ ਤੰਗ ਹੋਇਆ, ਕੋਈ ਮਰਦ ਦੇ ਹੱਥੋਂ ਔਰਤ ਤੰਗ ਹੋਈ ਹੈ। ਕਿਸੇ ਕਰਜ਼ਾ ਲੈਣ ਦਾ ਦੁੱਖ ਹੈ, ਕਿਤੇ ਦੇਣ ਦਾ ਦੁੱਖ ਹੈ। ਕੋਈ ਬਿਮਾਰੀ ਹੱਥੋਂ ਤੰਗ ਹੈ, ਕੋਈ ਬੇਰੁਜ਼ਗਾਰੀ ਹੱਥੋਂ ਤੰਗ ਹੈ। ਕਿਤੇ ਪਤਨੀ ਰੋਂਦੀ ਫਿਰਦੀ ਹੈ, ਪਤੀ ਮਰ ਗਿਆ ਹੈ। ਕਿਤੇ ਪਤੀ ਵਿਚਾਰਾ ਵਿਲਕਦਾ ਫਿਰਦਾ ਹੈ, ਪਤਨੀ ਮਰ ਗਈ ਹੈ। ਤੁਸੀਂ ਦੇਖ ਲਓ ਇੱਥੇ ਘਰ ਘਰ ਇਹ ਤਾਂਡਵ ਮੌਤ ਨਚਾ ਰਹੀ ਹੈ। ਕਿ ਪਿਆਰਿਓ ਸੁਖੀ ਦੁਨੀਆ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜਿਸ ਨਾਮ ਉਧਾਰ। ਜਿਹਦੀ ਕੋਈ ਨਾਮ ਦੇ ਨਾਲ ਲਿਵ ਲੱਗ ਜਾਂਦੀ ਹੈ, ਉਹ ਥੋੜਾ ਬਹੁਤਾ ਤੁਹਾਨੂੰ। ਤੁਲਸੀ ਸਾਹਿਬ ਕਹਿੰਦੇ ਆ ਕੋਈ ਤੋ ਤਨ ਮਨ ਦੁਖੀ, ਕੋਈ ਨਿਤ ਉਦਾਸ, ਇੱਕ ਇੱਕ ਦੁੱਖ ਸਭਨ ਕੋ ਸੁਖੀ ਸੰਤ ਕਾ ਦਾਸ। ਉਹ ਭਾਣਾ ਮੰਨ ਜਾਂਦਾ ਹੈ ਕਿ ਪ੍ਰਮਾਤਮਾ ਦਾ ਭਾਣਾ ਹੈ ਬਈ। ਭੂਲੇ ਕੋ ਗੁਰਮਾਰਗ ਇਸ ਵਾਸਤੇ ਉਹ ਪ੍ਰਮਾਤਮਾ ਦੇ ਪਿਆਰੇ ਆਉਂਦੇ ਹੈ ਸਾਨੂੰ ਭੁੱਲਿਆਂ ਨੂੰ, ਵਿਸ਼ੇ ਵਿਕਾਰਾਂ 'ਚ ਫਸਿਆਂ ਨੂੰ, ਸ਼ਰਾਬਾਂ ਕਬਾਬਾਂ ਦੇ ਵਿੱਚ ਫਸਿਆਂ ਨੂੰ। ਕਹਿੰਦੇ ਨਹੀਂ ਵੀ ਬੇਟਾ ਤੇਰਾ ਇਹ ਰਸਤਾ ਹੈ, ਅਗਰ ਇਸ ਤੇ ਚੱਲੇਗਾ ਤੈਨੂੰ ਸ਼ਾਂਤੀ ਵੀ ਆਏਗੀ। ਤੂੰ ਆਪਦੇ ਘਰ ਸੱਚਖੰਡ ਜਿੱਥੋਂ ਆਤਮਾ ਆਈ ਹੈ ਉੱਥੇ ਵੀ ਪਹੁੰਚ ਜਾਏਗਾ। ਭੁੱਲੇ ਸਿੱਖ ਗੁਰੂ ਸਮਝਾਏ, ਔਜੜ ਜਾਂਦੇ ਮਾਰਗ ਪਾਏ ਜੀ। ਭੂਲੇ ਕੋ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਜਨਮ ਮਰਨ ਕੀ त्रास मिटाई, गुरपुरे की बेअंत वड्याई। ਗੁਰੂ ਅਰਜਨ ਦੇਵ ਜੀ ਕਹਿੰਦੇ ਆ ਮੈਂ ਗੁਰੂ ਦੀ ਮਹਿਮਾ ਨਹੀਂ ਗਾ ਸਕਦਾ, ਵਡਿਆਈ ਨਹੀਂ ਕਰ ਸਕਦਾਗਾ। ਉਹਨੇ ਮੈਨੂੰ ਪਰਮਾਤਮਾ ਦੀ ਭਗਤੀ ਵਿੱਚ ਲਾ ਕੇ ਜੋ ਜੰਮਣ ਮਰਨ ਦਾ ਮੈਂ ਕਸ਼ਟ ਸਹਿ ਰਿਹਾ ਸੀਗਾ, ਉਹ ਖਤਮ ਕਰ ਦਿੱਤਾ ਗੇੜਾ। ਹਿੰਦੂ ਸ਼ਾਸਤਰਾਂ ਦੇ ਵਿੱਚ ਆਉਂਦਾ ਹੈ ਕਿ ਮੌਤ ਦਾ ਦੁੱਖ ਜਿਵੇਂ 1000 ਬਿੱਛੂ ਇਕੱਠਾ ਕਰੀਏ, ਉਹਨਾਂ ਦਾ ਇੱਕ ਡੰਗ ਬਣਾਈਏ। ਤੁਲਸੀ ਮਿਰਤੂ ਕੇ ਵਕਤ ਪੀੜਾ ਹੋਤ ਅਪਾਰ, ਬਿੱਛੂ 1000 ਦਾ ਡੰਕ ਲੱਗੇ ਇੱਕ ਵਾਰ। ਅਸੀਂ ਕਹਿੰਦੇ ਹਾਂ ਸੌਖਾ ਗਿਆ ਹੈ। ਉਹਨੂੰ ਅੰਦਰ ਵੜ ਕੇ ਪੁੱਛੋ ਭਰਾਵਾ ਕਿੰਨਾ ਕੁ ਸੌਖਾ ਹੈ। ਇੱਕ ਵਿਛੋੜਾ ਮਾਂ ਪਿਓ ਭਾਈਆਂ, ਦੂਜਾ ਅਜਾਬ ਕਬਰ ਦਾ ਹੂ। ਹਜ਼ਰਤ ਬਾਹੂ ਕਹਿੰਦਾ ਹੈ ਉਧਰੋਂ ਮਾਤਾ ਪਿਤਾ ਨੂੰ ਛੱਡਦਾ ਹੈ, ਉਹ ਰੋਂਦੇ ਆ, ਉਹ ਰੋਂਦਾ ਹੈ। ਇੱਥੇ ਆਪਾਂ ਕਿੱਡੇ ਕਿੱਡੇ ਮਹੱਲ ਬਣਾਉਂਦੇ ਰਹਿਣ ਨੂੰ। ਉੱਥੇ ਕਬਰ ਦਾ, ਕਬਰਾਂ ਦੇ ਵਿੱਚ ਅੰਨ ਨਾ ਪਾਣੀ, ਉੱਥੇ ਖਰਚ ਲੋੜੀਂਦਾ ਘਰ ਦਾ ਹੂ। ਤੋ ਕੁਰਾਨ ਦੇ ਵਿੱਚ ਆਉਂਦਾ ਹੈ ਕਿ ਜਿਹੜੀ ਖਾਰਦਾਰ ਕੰਡਿਆਂ ਵਾਲੀ ਝਾੜੀ ਗੁੱਤਾ ਦੇ ਰਸਤੇ ਪਾ ਕੇ ਮੂੰਹ ਵੀ ਦੀ ਕੱਢੀਏ, ਇੰਨੀ ਪੀੜਾ ਹੁੰਦੀ ਹੈ। ਮੌਤ ਬਦੈ ਸੌਖਾ ਨਹੀਂ। ਇਸ ਵਾਸਤੇ ਗੁਰੂ ਅਰਜਨ ਸਾਹਿਬ ਕਹਿੰਦੇ ਆ ਮੈਂ ਆਪਦੇ ਗੁਰੂ ਦੀ, ਪੂਰਨ ਗੁਰੂ ਦੀ ਕੀ ਵਡਿਆਈ ਕਰਾਂ ਜਿਹਨੇ ਮੈਨੂੰ ਭਗਤੀ ਕਰਾ ਕੇ ਮੇਰਾ ਜੰਮਣ ਮਰਨ ਕੱਟਦਾ ਹੈ ਜੀ। जन्म मरण की त्रास मिटाई, गुरपुरे की बेअंत वडाई। गुर प्रसाद ओरद कमल बिगास, अंधकार में पया परगास। ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਮੇਰਾ ਕਮਲ ਮੂਧਾ ਪਿਆ ਸੀ ਉਹ ਸਿੱਧਾ ਹੋ ਗਿਆ, ਖਿੜ ਗਿਆ ਹੈ, ਖੁਸ਼ੀ ਆ ਗਈ ਹੈ।
कि मैं परमात्मा की भगती च ला दिता है, मेरे गुरु ने किन्नी उपार दया की है। तो प्यारिओ कोई अपना होएगा वो तरस करेगा। मैं दसदा हुंदा है कि परमात्मा कृपाल बुजुर्ग शरीर लेके आपकी बीमारी की परवाह ना करता होया इत्थे 500 किलोमीटर किहड़ियां सड़कां सी उदों तो आपका शरीर लेके आउंदा रहा, वो सूक्ष्म रूप विच भी आउंदा रहा, शब्द रूप भी आउंदा रहा। कोई आपदा होएगा कोई आएगा, कौन आएगा किसी कोले की गुरु की महिमा करांगे। सो इस वास्ते आप प्यार ना कहते हैं ਗੁਰ ਪ੍ਰਸਾਦ ਉਰਦ ਕਮਲ ਵਿਗਾਸ। ਉਹਨਾਂ ਦੀ ਦਇਆ ਦੇ ਨਾਲ ਮੇਰਾ ਹਿਰਦੇ ਕਮਲ ਜਿਹੜਾ ਮੂਢਾ ਪਿਆ ਸੀਗਾ ਉਹ ਪ੍ਰਕਾਸ਼ ਨਾਲ ਭਰ ਗਿਆ ਹੈ, ਉਹ ਖਿੜ ਚੁੱਕਿਆ ਕੌਲ ਮੇਰਾ ਜੀ। ਗੁਰ ਪ੍ਰਸਾਦ ਉਰਦ ਕਮਲ ਵਿਗਾਸ, अंधकार में पया परगास। जिनकी आसो गुर ते जानिया, गुर किरपा ते मुगद मन मान्या। ਹੁਣ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਸ ਪਰਮਾਤਮਾ ਨੇ ਆ ਸਾਰੇ ਸੰਸਾਰ ਦੀ ਰਚਨਾ ਪੈਦਾ ਕੀਤੀ ਹੈ, ਕਹਿੰਦੇ ਇਹਦਾ ਭੇਦ ਅਸੀਂ ਗੁਰੂ ਤੋਂ ਪ੍ਰਾਪਤ ਕੀਤਾ, ਗੁਰੂ ਰਾਮਦਾਸ ਤੋਂ। ਜਿਨ ਕੀਆ ਸੋ ਗੁਰ ਤੇ ਜਾਣਿਆ, ਗੁਰੂ ਦੀ ਕਿਰਪਾ ਤੇ ਸਾਡਾ ਮੂਰਖ ਮਨ ਮੰਨ ਗਿਆ ਹੈ, ਪ੍ਰਭੂ ਦੀ ਭਗਤੀ ਵਾਲੇ ਪਾਸੇ ਲੱਗ ਗਿਆ ਗੁਰੂ ਦੀ ਕਿਰਪਾ ਦੇ ਨਾਲ ਹੀ ਜੀ। जिन की आसो गुर ते जानिया, गुर किरपा ते मुगद मन मान्या। गुर करता गुर कारण जोग, गुर परमेश्वर है पियोग। गुरु करता है, ਕਰਨ जोग है, जो चाहे कर सकता है। लेकिन ऐसे मालिक दे प्यारे जदों आउंदे है तो कदे भी ऐसी कुदरत दे कानून तो खिलाफ नहीं करते गे, वो भाणा मन जाते है, वो मोजे नहीं दिखाते गे। इस वास्ते आप कहते गुर परमेश्वर है भी होग, ना परमात्मा ना सुनता है ना होया ही है, वो हुण भी है अगे नूं भी रहना है। गुरु भी ਉਹਦੇ ਵਿੱਚ ਸਮਾ ਕੇ ਉਹ ਵੀ सदा है। सतगुर मेरा सदा सदा ना आवे न जाए, वो अविनाशी पुरख है हर जा रहा समाए, तो हर जगह मौजूद है जी। गुर करता गुर कारण जोग, गुर परमेश्वर है पियोग। कहो नानक प्रभ एह जनाई, बिन गुर मुक्त न पाए पाई। गुरु अर्जन देव जी महाराज ने बड़े प्यार नाल दस्सिया है कि जद असी समाधि अवस्था दे विच अंदर गए, वो प्रभु नूं प्रगट कीता। गुरु रामदास दी दया दे नाल सानू अगों यही जानकारी मिली है ठोस कि बगैर गुरु तो थानू मुक्ति नहीं मिलेगी। कहो नानक प्रभ ये है जनाई, ते बिन गुर मुक्त ना पाइए पाई। ये दिमाग चों कढ दिओ तुसी। महात्मा कहते मात पिता बिन बाल ना होई, बिन बिना किसी कपड़े धोई। साबन बगैर सर्फ तो बगैर किस तरह कपड़ा साफ करोगे? माता पिता के संयोग बगैर किस तरह बच्चा पैदा करोगे? इस तरह कहते साधु बिन नाही दरबार, बगैर मालिक दा प्यारे जिन्हां ने रब नूं मिलना जरूरी है, वो किसी महात्मा के पास जावे जो रास्ता दसदा उस ते चले।
ਸੋ ਇਸ ਵਾਸਤੇ ਆ ਪਿਆਰ ਨਾਲ ਸਾਰਾ ਸ਼ਬਦ ਗੁਰੂ ਅਰਜਨ ਦੇਵ ਨੇ ਬੜੇ ਪਿਆਰ ਨਾਲ ਦੱਸਿਆ ਹੈ ਕਿ ਗੁਰੂ ਦੇ ਦਿੱਤੇ ਹੋਏ ਸ਼ਬਦ ਨੂੰ ਸ਼ਰਧਾ ਦੇ ਨਾਲ ਪਿਆਰ ਨਾਲ ਭਰੋਸੇ ਨਾਲ ਜਪੋ। ਸੋ ਇਸ ਵਾਸਤੇ ਆਖਰ ਤੇ ਆ ਕੇ ਇਹੀ ਕਹਿੰਦੇ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਤਾਂ ਇੱਥੋਂ ਤੱਕ ਆਪਦੀ ਬਾਣੀ 'ਚ ਲਿਖਦੇ ਆ, ਗੁਰ ਮੰਤਰਹੀਣ ਜੋ ਪ੍ਰਾਣੀ ਤਿਰਗੰਤ ਜਨਮ ਭੈ ਰਸ਼ਟਣਾ ਕੂਕਰੈ ਸੂਕਰੈ ਗਰਦਵੈ ਖਲ ਕਾਕੇ ਤੁਲ ਹੈ। ਕਹਿੰਦੇ ਉਹ ਕੁੱਤੇ ਵਰਗਾ, ਸੂਰ ਵਰਗਾ, ਗਧੇ ਵਰਗਾ, ਸੱਪ ਵਰਗਾ ਹੈ, ਕਾਂ ਵਰਗਾ ਹੈ। ਹੋਰ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਕੀ ਕਹਿ ਦੇਣ ਬਈ। ਕਬੀਰ ਸਾਹਿਬ ਕਹਿੰਦੇ ਆ, ਰਾਮ ਕ੍ਰਿਸ਼ਨ ਸੇ ਕੋ ਬੜੋ ਤਿਨੂ ਕੀ ਗੁਰ ਕੀਨ ਤੀਨ ਲੋਕੇ ਨੈ ਕਾ ਗੁਰ ਅੱਗੇ ਅਧੀਨ। ਉਹ ਤਾਂ ਤਰਲੋਕੀ ਦੇ ਮਾਲਕ ਸਨ, ਫਿਰ ਵੀ ਆ ਕੇ ਮਰਜ਼ਾਦਾ ਉਹਨਾਂ ਨੇ ਪੂਰੀ ਕੀਤੀ। ਕਬੀਰ ਸਾਹਿਬ ਕਹਿੰਦੇ, ਕਬੀਰ ਨਗੁਰਾ ਨਾ ਮਿਲੇ ਪਾਪੀ ਮਿਲੇ ਹਜ਼ਾਰ, ਇੱਕ ਨਗੁਰੇ ਦੀ ਪਿੱਠ ਪਰ ਲੱਖ ਪਾਪੋਂ ਕਾ ਭਾਰ। ਸੋ ਸਾਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਛੋਟੇ ਜਿਹੇ ਸ਼ਬਦ ਦੇ ਵਿੱਚ ਪਿਆਰ ਨਾਲ ਸਮਝਾਇਆ ਹੈ, ਇਸ ਤੇ ਅਮਲ ਕਰਨਾ ਹੈ। ਪਿਆਰਿਓ, ਆਪਦੀ ਜ਼ਿੰਦਗੀ ਨੂੰ ਪਵਿੱਤਰ ਬਣਾਉਣਾ ਹੈ। ਜਿਹੜਾ ਇਨਸਾਨ ਦਾ ਮੌਕਾ ਮਿਲਿਆ ਹੈ, ਇਹਨੂੰ ਸ਼ਰਾਬਾਂ ਕਬਾਬਾਂ ਦੇ ਵਿੱਚ ਉਹ ਪਿਆਰੇ ਬੱਚਿਓ ਨਾ ਖੋ। ਆਪਦੇ ਤੇ ਰਹਿਮ ਕਰੋ, ਆਪਦੇ ਬੱਚਿਆਂ ਤੇ ਰਹਿਮ ਕਰੋ। ਅੱਜ ਜੇ ਤੁਸੀਂ ਪੀਂਦੇ ਹੋ, ਤੁਹਾਡੇ ਬੱਚੇ ਵੀ ਪੀਣਗੇ। ਜੇ ਤੁਸੀਂ ਘਰ ਦੇ ਅੰਦਰ ਅੱਜ ਬੱਕਰੇ ਵੱਢ ਰਹੇ ਹੋ, ਤੁਹਾਡੇ ਬੱਚੇ ਵੀ ਇਹ ਆਦਤ ਵਿੱਚ ਫਸ ਜਾਣਗੇ। ਇਸ ਵਾਸਤੇ ਸਾਨੂੰ ਆਪਣਾ ਆਪ ਸੁਧਾਰਨਾ ਚਾਹੀਦਾ ਹੈ। ਬਾਣੀ ਨੂੰ ਸੋਚ ਕੇ ਪੜੋ, ਸਮਝ ਕੇ ਪੜੋ ਕਿ ਬਾਣੀ ਸਾਨੂੰ ਕੀ ਕਹਿੰਦੀ ਹੈ। ਇਹਨੂੰ ਕੁਰਲੀਆਂ ਕਰਕੇ ਨਾ ਸਿੱਟੋ। ਮੈਂ ਦੱਸਦਾ ਨਾ, ਪੜ੍ਹਿਆ ਇਲਮ ਅਮਲ ਨਹੀਂ ਕੀਤਾ, ਪੜ੍ਹਿਆ ਫੇਰ ਪੜ੍ਹਾਇਆ ਕੀ। ਤੁਹਾਡਾ ਪੜ੍ਹਾਈ ਦਾ ਕੀ ਫਾਇਦਾ, ਪੜ੍ਹੇ ਦਾ ਕੀ ਫਾਇਦਾ ਜੀ ਉਸ ਤੇ ਅਮਲ ਨਾ ਕੀਤਾ। ਆਦਤ ਖੋਟੀ ਨਾ ਗਵਾਈ, ਮੱਥਾ ਫੇਰ ਘਸਾਇਆ ਕੀ। ਸੋ ਸਾਨੂੰ ਚਾਹੀਦਾ ਅਸੀਂ ਆਪਦਾ ਜੀਵਨ ਪਵਿੱਤਰ ਬਣਾਈਏ। ਜੋ ਕੁਝ ਸੁਣਿਆ ਹੈ ਇਸ ਤੇ ਅਮਲ ਕਰੀਏ। ਕਹੋ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰ ਮੁਕਤ ਨਾ ਪਾਏ ਪਾਈ।